ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਜਨਮ ਇਤਿਹਾਸਕਾਰਾਂ ਨੇ ਗ੍ਰੰਥਾਂ ਵਿੱਚ ਅਕਤੂਬਰ ਦੇ ਮਹੀਨੇ 1720 ਨੂੰ ਹੋਇਆ ਮੰਨਿਆ ਲਿਖਿਆ ਹੈ। ਪਿਤਾ ਜੀ ਦਾ ਨਾਮ ਭਾਈ ਜੋਧ ਸਿੰਘ ਹੈ, ਮਾਤਾ ਦਾ ਨਾਮ ਮਾਤਾ ਧਰਮ ਕੌਰ ਜੀ ਹੈ। ਇੱਕ ਭੈਣ ਹੈ ਜਿਨ੍ਹਾਂ ਦਾ ਨਾਮ ਭੈਣ ਤਾਰ ਕੌਰ ਆਇਆ ਹੈ। ਪੂਲਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ, ਜਿਸ ਨਗਰ ਵਿੱਚ ਭਾਈ ਤਾਰੂ ਸਿੰਘ ਸਾਹਿਬ ਜੀ ਵਸਦੇ ਨੇ। ਸੋ ਉਹਨਾਂ ਦੇ ਇਤਿਹਾਸ ਨੂੰ ਵਿਚਾਰਨਾ ਹੋਏ ਤੇ ਬੜਾ ਕੁਝ ਹੋਰ ਇਤਿਹਾਸ ਦੇ ਪੰਨਿਆਂ ਤੋਂ ਵੇਖਣਾ ਪੈਣਾ ਹੈ, ਕਿਉਂਕਿ ਇਸ ਪੰਜਾਬ ਦੀ ਜਾਂ ਆਪਣੇ ਦੇਸ਼ ਦੀ ਧਰਤੀ ਉੱਤੇ, ਜਿਹਨੂੰ ਕਦੇ ਸਾਡੇ ਜ਼ਮਾਨੇ ਵਿੱਚ ਜਾਂ ਸਾਡੇ ਤੋਂ ਪਹਿਲੇ ਜ਼ਮਾਨੇ ਵਿੱਚ ਇਹਨੂੰ ਸੋਨੇ ਦੀ ਚਿੜੀਆ ਕਹਿੰਦੇ ਨੇ, ਭਾਵ ਕਿ ਇੱਥੇ ਬਹੁਤ ਕੁਝ ਅਮੀਰ ਵਿਰਸਾ ਸੀ। ਇਸ ਵਿਰਸੇ ਵਿੱਚੋਂ ਉਸ ਅਮੀਰੀ ਦੇ ਸਾਰੇ ਭੰਡਾਰੇ ਨੂੰ ਲੁੱਟਣ ਵਾਸਤੇ ਕਦੇ ਨਾਰਦ ਸ਼ਾਹ ਆਇਆ, ਕਦੇ ਅਬਦਾਲੀ ਆਇਆ, ਕਦੇ ਦੁਰਾਨੀ ਆਇਆ। ਇਤਿਆਦਿਕ ਦੇ ਹਮਲੇ ਕਰਕੇ ਇਸ ਸੋਨੇ ਦੀ ਚਿੜੀਆ ਦੇ ਖੰਭ ਤੋੜਨ ਵਾਸਤੇ ਆਉਂਦਾ ਰਿਹਾ, ਲੁੱਟ ਕੇ ਜਾਂਦਾ ਰਿਹਾ। ਅੱਗੇ ਵੀ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਜਿਸ ਵੇਲੇ ਦੇਸ਼ ਦੀ ਵੰਡ ਮੁੜ ਕੇ ਫਿਰ ਆਜ਼ਾਦੀ ਦੀ ਗੱਲ ਆਈ, ਭਾਵੇਂ ਕਿ ਅਸੀਂ ਆਪਣੇ ਆਪ ਜਿਹੜੇ ਸਿੱਖ ਸਿੰਘ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਪਵਿੱਤਰ ਚਰਨਾਂ ਨਾਲ ਜੁੜਨ ਵਾਲੇ, ਉਹਨਾਂ ਦੀ ਗਿਣਤੀ ਇੱਥੋਂ ਦੇ ਦੇਸ਼ ਦੀ ਸਾਰੀ ਗਿਣਤੀ ਦੇ ਹਿਸਾਬ ਕਿਤਾਬ ਨਾਲ ਕੇਵਲ 2 ਜਾਂ 2.5% ਬਣਦੀ ਹੈ। ਪਰ ਕੁਰਬਾਨੀਆਂ ਵਾਸਤੇ ਅਸੀਂ 94% ਤੱਕ ਕੁਰਬਾਨੀਆਂ ਕੀਤੀਆਂ ਨੇ। ਖੈਰ ਉਹ ਵਿਸ਼ਾ ਨਹੀਂ। ਜਦੋਂ ਇੱਥੇ ਨਾਰਦ ਸ਼ਾਹ ਵੀ ਆਉਂਦਾ ਰਿਹਾ, ਉਸੇ ਲੁੱਟ ਦੇ ਲਿਹਾਜ਼ ਨਾਲ ਕਦੇ ਮਰਹਟਿਆਂ ਦੇ ਦੇਸ਼ ਵਿੱਚ, ਕਦੇ ਰਾਜਪੂਤਾਂ ਦੇ ਇਲਾਕਿਆਂ ਵਿੱਚ ਉਹਨਾਂ ਨੇ ਲੁੱਟ ਮਚਾਈ, ਕਦੇ ਬਦਾਲੀ ਨੇ ਇਹ ਰਾਹ ਫੜਿਆ। ਇਸੇ ਤਰ੍ਹਾਂ ਇਹ ਆਪਣੇ ਆਪ ਨੂੰ ਯੋਧੇ ਤੇ ਸੂਰਮੇ ਅਖਵਾਉਣ ਵਾਲੇ, ਬੜੇ ਜਨਮ ਤੋਂ ਲੈ ਕੇ ਜਮਾਂਦਰੂ ਆਪਣੇ ਆਪ ਨੂੰ ਬਹਾਦਰ ਅਖਵਾਉਣ ਵਾਲੇ, ਉਹਨਾਂ ਨਾਦਰ ਸ਼ਾਹ ਵਰਗਿਆਂ ਅਤੇ ਇਸੇ ਤਰ੍ਹਾਂ ਇਸ ਅਬਦਾਲੀ ਦੇ ਅੱਗੇ, ਖਿਮਾ ਕਰਨਾ ਜੀ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਬਹਿ ਕੇ ਅੱਖਰ ਬੋਲਣੇ ਪੈਂਦੇ ਨੇ, ਆਪਣੀਆਂ ਧੀਆਂ ਤੇ ਆਪਣੀਆਂ ਭੈਣਾਂ ਦੇ ਡੋਲੇ ਦੇ ਕੇ ਉਹਨਾਂ ਕੋਲੋਂ ਨਵਾਜਦੇ ਰਹੇ ਆਪਣੇ ਆਪ ਨੂੰ। ਭਾਵ ਕਿ ਇਹ ਰਾਹ ਇਹਨਾਂ ਨੇ ਫੜ ਲਿਆ। ਕਿਸੇ ਦੀ ਅਣਖ ਨਾ ਜਾਗੀ ਉਹਦੇ ਅੱਗੇ, ਕਿਤੇ ਗੈਰਤ ਨਾਲ ਆਪਣਾ ਸਿਰ ਉੱਚਾ ਕਰਕੇ ਜਿਉਣ ਦੀ ਜਾਚ ਨਾ ਆਈ। ਉਹ ਇਹਨਾਂ ਇਲਾਕਿਆਂ ਵਿੱਚੋਂ ਕਿਤੇ ਸੋਨਾ, ਕਿਤੇ ਹੀਰੇ, ਕਿਤੇ ਮੋਤੀ, ਕਿਤੇ ਜਵਾਨੀ, ਕਿਤੇ ਧੀਆਂ, ਕਿਤੇ ਭੈਣਾਂ, ਕਿਤੇ ਇਹਨਾਂ ਦਾ ਬਚਪਨਾ ਲੁੱਟ ਕੇ, ਆਪਣੇ ਗੁਲਾਮ ਬਣਾ ਕੇ, ਕੈਦੀ ਬਣਾ ਕੇ, ਹੱਥਾਂ 'ਚ ਸੋ ਇਸੇ ਤਰ੍ਹਾਂ ਹੱਥ ਕੜੀਆਂ ਤੇ ਪੈਰਾਂ 'ਚ ਬੇੜੀਆਂ, ਰੱਸੇ ਬੰਨ੍ਹ ਕੇ, ਜੂੜ ਕੇ, ਡੰਗਰਾਂ ਤਰ੍ਹਾਂ, ਪਸ਼ੂਆਂ ਦੀ ਤਰ੍ਹਾਂ ਬੰਨ੍ਹ ਕੇ ਲਿਜਾਂਦਾ। ਪਰ ਮੁੱਠੀ ਭਰ ਪੋਟਿਆਂ ਤੇ ਗਿਣਨ ਵਾਲੇ, ਇੰਨੀ ਕੁ ਗਿਣਤੀ ਦੇ ਮਾਲਕ ਸਿੰਘਾਂ ਨੂੰ ਜਿਸ ਵੇਲੇ ਪਤਾ ਲੱਗਦਾ, ਭਾਵੇਂ ਕਿ ਗਿਣਤੀ ਵਿੱਚ ਥੋੜੇ ਸਾਂ, ਭਾਵੇਂ ਕਿ ਉਸ ਵੇਲੇ ਸਾਡੇ ਤੇ ਜ਼ੁਲਮ ਤੇ ਅਤਿਆਚਾਰ ਇਹਨਾਂ ਨੇ ਕੀਤਾ, ਲੇਕਿਨ ਇਸ ਦੇਸ਼ ਦੀ ਇੱਜ਼ਤ ਨੂੰ ਜਦੋਂ ਕਿਤੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ ਵੀ ਇਸ ਦੇਸ਼ ਦੀ ਪੱਤ ਆਬਰੂ ਜਰਵਾਣੇ ਲੁੱਟ ਕੇ ਲੈ ਕੇ ਜਾ ਰਹੇ ਨੇ, ਤੇ ਜਦੋਂ ਵਾਪਸ ਜਾਂਦਿਆਂ ਇਸ ਪੰਜਾਬ ਦੀ ਧਰਤੀ ਤੋਂ ਲੰਘਣਾ ਹੁੰਦਾ ਸੀ, ਜਿਨ੍ਹਾਂ ਨੂੰ ਪੰਜ ਆਬ ਕਿਹਾ ਜਾਂਦਾ ਸੀ, ਭਾਵ ਕਿ 5 ਦਰਿਆਵਾਂ ਦੀ ਧਰਤੀ। ਹੁਣ ਭਾਵੇਂ ਸਾਡੇ ਪੰਜਾਬ ਵਿੱਚ 2 ਰਹਿ ਗਏ ਨੇ, ਬਾਕੀ ਉਧਰਲੇ ਬਨੇ ਚਲੇ ਗਏ ਨੇ। ਉਸ ਵੇਲੇ ਇਸ ਪੰਜਾਬ ਦੀ ਧਰਤੀ ਤੋਂ ਲੰਘਣ ਲੱਗਿਆਂ ਇਸ ਨਾਦਰ ਸ਼ਾਹ ਜਾਂ ਅਬਦਾਲੀ ਨੂੰ ਉਹਨਾਂ ਮੁੱਠੀ ਭਰ ਪੋਟਿਆਂ ਤੇ ਗਿਣਨ ਵਾਲਿਆਂ ਸਿੰਘਾਂ ਨੇ ਕਦੇ ਜੇਲਮ ਦਾ ਦਰਿਆ ਨਹੀਂ ਸੀ ਟੱਪਣ ਦਿੱਤਾ। ਭਾਵ ਕਿ ਇਹਦਾ ਅੱਗਾ ਰੋਕਦੇ ਰਹੇ। ਇੱਕ ਵਾਰ 18,000, ਇੱਕ ਵਾਰ 22,000, ਇੱਕ ਵਾਰ ਕਿੰਨੀਆਂ, ਭਾਵ ਕਿ ਇੰਨੀਆਂ ਗਿਣਤੀਆਂ ਤੇ ਇਹਨਾਂ ਬਹੁ ਬੇਟੀਆਂ, ਧੀਆਂ ਧਿਆਣੀਆਂ ਨੂੰ ਹੀ ਛਡਾ ਕਰਕੇ ਖਾਲਸੇ ਵਾਪਸ ਮੋੜਦੇ ਰਹੇ। ਇਹਨਾਂ ਹਾਲਾਤਾਂ ਵਿੱਚ ਉਹਦੀ ਤੁਰਦਾ ਹੋਇਆ ਨਾਦਰ ਸ਼ਾਹ ਜਿਸ ਵੇਲੇ ਅੱਗੇ ਜਾ ਕਰਕੇ ਜ਼ਕਰੀਆ ਖਾਨ ਦਾ ਗਵਰਨਰ ਬਣਨ ਦਾ ਟਾਈਮ ਆਉਂਦਾ ਹੈ, ਉਸ ਵੇਲੇ ਨਾਰਦ ਸ਼ਾਹ ਜ਼ਕਰੀਆ ਖਾਨ ਆਪਣੇ ਬਣਾਏ ਗਵਰਨਰ ਨੂੰ ਪੁੱਛਦਾ ਵੀ ਇਹ ਕੌਣ ਲੋਕ ਨੇ, ਮੇਰੇ ਅੱਗੇ ਰਾਜਪੂਤ ਨਹੀਂ ਅਰੇ, ਮੇਰੇ ਅੱਗੇ ਆਪਣੇ ਆਪ ਨੂੰ ਪਠਾਨ ਅਖਵਾਉਣ ਵਾਲਿਆਂ ਨੇ ਹਿੱਕ ਨਹੀਂ ਚੌੜੀ ਕੀਤੀ, ਇਹ ਕੌਣ ਨੇ ਜਿਹੜੇ ਮੇਰਾ ਰਾਹ ਰੋਕਦੇ ਨੇ? ਮੈਂ ਇਸ ਦੇਸ਼ ਨੂੰ ਲੁੱਟ ਕੇ ਜਾਣਾ ਤੇ ਮੈਨੂੰ ਲੁੱਟ ਲੈਂਦੇ ਨੇ। ਤੇ ਉਸ ਵੇਲੇ ਜ਼ਕਰੀਆ ਖਾਨ ਨੇ ਕਹਿੰਦੇ ਇਹਦੇ ਨਾਲ ਗੱਲਾਂ ਬਾਤਾਂ ਕਰਦਿਆਂ ਕੁਝ ਬੋਲ ਕਹਿਣ ਲੱਗੇ ਸਿੱਖ ਖਵਾਉਂਦੇ ਨੇ। ਤੇ ਨਾਦਰ ਸ਼ਾਹ ਕਹਿੰਦੇ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਇਹਨਾਂ ਦਾ ਘਰ ਘਾਟ ਕਿੱਥੇ ਹੈ, ਇਹਨਾਂ ਦੀਆਂ ਮਲਕੀਅਤਾਂ ਕਿੱਥੇ ਨੇ, ਇਹ ਕਿਹੜੇ ਦੇਸ਼ ਦੇ ਮਾਲਕ ਨੇ? ਤਾਂ ਉਸ ਵੇਲੇ ਕਹਿੰਦੇ ਜ਼ਕਰੀਆ ਖਾਨ ਨੇ ਜੋ ਬੋਲੇ, ਕਹਿਣ ਲੱਗੇ ਮਾਲਕ ਜਾਂ ਪਨਾਹ, ਇਹਨਾਂ ਦਾ ਕੋਈ ਦੇਸ਼ ਨਹੀਂ, ਇਹਨਾਂ ਕੋਲੇ ਰਹਿਣ ਵਾਸਤੇ ਕੋਈ ਘਰ ਘਾਟ ਨਹੀਂ, ਇਹਨਾਂ ਦੇ ਰਹਿਣ ਬਸਾਰੇ ਜੰਗਲਾਂ 'ਚ ਨੇ, ਇਹ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਕੇ ਆਪਣੀਆਂ ਰਾਤਾਂ ਗੁਜ਼ਾਰ ਲੈਂਦੇ ਨੇ। ਹੋਰ ਕੀ ਨੇ ਇਹਨਾਂ ਦੇ ਗੁਣ?
कहन लगे ये अपने आप दे करैक्टर दे बड़े उच्चे सुच्चे ने, किसे दी धी भैन वाल ये बुरी नगर नाल नहीं तकदे, तेरे लुट दे इस सुभाव माल दे विचों जिहड़ियां धीआं भैणां ये वापस छडाउंदे ने, बा इज्जत उन्हां नूं अपने अपने घरीं पहुंचाउंदे ने। ये कई कई दिन भुखे रह सकते हैं, इन्हां नूं भुख दुख नहीं दिंदी। ये दूसरियां दा भला करके, दूसरियां ते परोपकार करके, गरीब दी ते मजलूम दी मदद करके अपने आप दी स्पिरिट पैदा करते हैं, मानते हैं कि असीं मजलूम दी किसी गरीब दी मदद करिए ते उहदे नाल सानूं शक्ति मिलती है, ताकत मिलती है। वो समा सी जिस वेले जकरिया खान ने इस तरह खालसे की कुछ सिफत की ते इन्हें कहा सी ये कौम, ये साडे दुश्मनां दे अखर ने, लिखे मिलते हैं इतिहासां दे विच। उस वेले नादर शाह भावें कि लुट मचाउण वास्ते आउंदा रहा, धारवी बन के आउंदा रहा, लेकिन जकरिया खान वालों सिखां दी इस तरह की सिफत सुन के कहण लगा समा आएगा एक दिन इस देश के मालक बन के बहणगे। जिहड़े गुण तू इन्हां च दस रहा ना, एक दिन इस देश के मालक बनणगे। हाँ, अगे जा करके 1800 तो बाद भी जा करके महाराजा रणजीत सिंह के रूप दे विच जिथों तक सूरज चढ़दा सी जां छुपदा सी उत्थों तक दा साडा देश होया, असीं इस देश के मालक बने। बेशक अगे जा करके डोगरियां ने मुड़ के गदारियां कीतियां ते विच अपने पाले हुए सप्पां ने साडे डंग मारे, साडे कोलों वो प्राप्त कीता होया, साडियां कौमां ने, साडियां पीढ़ियां ने कुर्बानियां दे दे के जिहड़ा सिख राज स्थापित कीता सी खुस गया। खैर ये वखरा विशा है। नारद शाह ने उस वेले कहंदे ने कि साडे सिरां दे मुੱਲ पाए, जे इन्हां सिखां दी कोई 10 पावे ते उन्होंने 10 रुपये, जे कोई फड़ावे ते उन्होंने 50 रुपया, जे कोई उस वेले किसी सिख का सिर वढ़ के लिया के देवे तो उन्होंने 80 रुपये मुੱਲ मिलता है, कीमत मिलती है, जिहड़ा आपां अरदासां च करदे हां कि सिखां दे सिरां दे मुੱਲ पए। ते सज्जाणिओ इस दुनिया दे लालच ने सिखां नूं नहीं, सिखां दे नाल बाकी दूसरियां वसदियां धर्मां नूं भी इन्ना लालची बना दिता, इन्ना लालच दे इस ग्रसे हुए इंसान ने अपने आप दे किरदार नूं इन्ना डेग लिया। किते पढ़ के वेखो ये तवारीखां दे पन्ने, उन्हां पन्नियां ते लिखिया मिलता है कि साडे आंढ गवांढ दे धर्मां ने अपनियां नौजवान धीआं दे सिर वढ़ वढ़ के इस जरवाने की कचहरी में खड़ खड़ के भी नहीं जी ये सिख आ पर अंदाड़ी आ, जो छोटी उम्र का बच्चा सी मैं वह सिर वढ़ के लिया तो पैसों के नाम लेंदे रहे। ये होया साडी तवारीख विच, साडे इतिहास दे पन्नियां ते होया है। उन्हां हालातां दे विचों दी सिख जिन्हों आम तौर पर तुसीं गाणियां वजाणियां विच भी सुनिया होएगा कि पत्ता पत्ता ਸਿੰਘਾਂ दा वैरी, ਜਿਹੜੇ ਪਾਸੇ ਨੂੰ ਲੰਘਦੇ ਨੇ ਪਿੰਡਾਂ ਵਿੱਚੋਂ ਦੀ ਲੰਘਣ, ਸ਼ਹਿਰਾਂ ਵਿੱਚੋਂ ਦੀ ਲੰਘਣ, ਜੰਗਲਾਂ ਵਿੱਚੋਂ ਦੀ ਲੰਘਣ, ਇਵੇਂ ਮਹਿਸੂਸ ਹੁੰਦਾ ਜਿਵੇਂ ਕਿ ਜੰਗਲਾਂ ਦੇ ਬੂਟਿਆਂ ਦੇ ਪੱਤੇ ਪੱਤੇ ਵੀ ਸਿੰਘਾਂ ਦੇ ਦੁਸ਼ਮਣ ਹੋ ਗਏ। ਸਿੰਘਾਂ ਨੂੰ ਆਪਣੇ ਘਰ ਘਾੜ ਛੱਡ ਕੇ ਜੰਗਲੀ ਵਸਣਾ ਪਿਆ, ਜੰਗਲਾਂ ਵਿੱਚ ਰਹਿਣ ਬਸੇਰੇ ਕਰਕੇ ਗੁਜ਼ਾਰੇ ਕਰਨੇ ਪਏ। ਉਹਨਾਂ ਸਮਿਆਂ ਦੀ ਇਹ ਗੱਲ ਹੈ ਜਿਸ ਵੇਲੇ ਜ਼ਕਰੀਆ ਖਾਨ ਪੰਜਾਬ ਦਾ ਗਵਰਨਰ ਬਣਦਾ ਹੈ। ਨਾਦਰ ਸ਼ਾਹ ਵੱਲੋਂ ਦਿੱਤੇ ਹੋਏ ਕਿ ਹੁਕਮ ਵਿੱਚੋਂ ਇਹਨੇ ਇਸ ਇਲਾਕੇ ਵਿੱਚੋਂ ਇਸ ਸਿੱਖ ਕੌਮ ਨੂੰ ਖਤਮ ਕਰਨ ਦਾ ਤਹਈਆ ਕੀਤਾ ਹੈ, ਇਸ ਕੌਮ ਦਾ ਖੋਜ ਖੁਰਾ ਮਿਟਾ ਦੇਣਾ ਹੈ। ਇਸੇ ਸਾਰੇ ਹਾਲਾਤ ਵਿੱਚ ਹੀ ਕਈ ਹੋਰ ਕੁਝ ਵਾਪਰਿਆ ਜਿਹਨੂੰ ਆਪਾਂ ਕਾਹਨੂੰਵਾਨ ਸ਼ੰਭ ਦਾ ਘੱਲੂਘਾਰਾ ਕਹਿੰਦੇ ਆ, फिर इस तरह कुपर हीड़े के मैदान का वड्डा घल्लूघारा कहने ये सब कुछ उस कासे की तवारीख के पन्नियां विचों ही वापरिया। एक एक दिन विच साडी कौम के 15-15 हज़ार, 11-11 हज़ार, 30-30, 35-35 हज़ार लोग एक एक दिन कतल होंदे रहे। ये साडे सिर उत्ते घल्लूघारे वापरते रहे। लेकिन जो आप भाई तारू सिंह साहब जी का पवित्र जीवन विचारन का यत्न करांगे, ਇਹਦੇ ਨਾਲ थोड़ी जी तवारीख भाई सबेग सिंह ते भाई शाबाश सिंह जी दी नाल जुड़नी है, क्योंकि उस वेले इस जकरिया खान की पहलों नौकरी करते लाहौर के इर्द गिरदे दियां कोतवाली दियां जुम्मेवारी दियां ड्यूटियां निभाउंदे भाई सबेग सिंह जी, पर केवल इन्हां दा गुनाह के सिख आ, केवल इन्हां दा गुनाह के इन्हां दे घर पैदा होने वाला पुत्र शाबाश सिंह बड़ा आलम विद्वान है। उस आलम विद्वान दे अखरां विचों ओदे एक इस धर्म दे एक टीचर दे नाल जदों कोई वार्तालाप हुई तो ओदे जवाब सुन के वो बेकमाल अखरां तो वो कायल हो गया ते जकरिया खान दे जाके कन्न परे साफ ना ये शाबाश सिंह वर्गा मुंडा
ਸ਼ਾਬਾਸ਼ ਸਿੰਘ ਵਰਗਾ ਆਲਮ ਵਿਦਵਾਨ ਕਿਸੇ ਦੂਸਰੇ ਧਰਮ ਵਿੱਚ ਹੋਵੇ, ਤੁਹਾਡੇ ਧਰਮ ਨੂੰ ਖਤਰਾ ਬਣ ਸਕਦਾ ਹੈ। ਹੋਵੇ ਨਾ ਕਿਸੇ ਤਰੀਕੇ ਇਹਨੂੰ ਮੁਸਲਮਾਨ ਬਣਾਇਆ ਜਾਏ, ਇਹਨੂੰ ਇਸਲਾਮ ਵਿੱਚ ਕਬੂਲ ਕਰਵਾਇਆ ਜਾਏ। ਉਸ ਪੁੱਤਰ ਦੀ ਇੱਕ ਵਿਦਵਤਾ ਤੇ ਭਾਈ ਸਬੇਗ ਸਿੰਘ ਦਾ ਇੱਕ ਸਿੱਖੀ ਦਾ ਜਜ਼ਬਾ ਮਾਨੋ ਸਾਡੇ ਦੁਨੀਆਦਾਰੀ ਦੀ ਜ਼ਿੰਦਗੀ ਦਾ ਦੁਸ਼ਮਣ ਬਣ ਗਿਆ। ਦੋਵਾਂ ਪਿਓ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪੈਰਾਂ ਵਿੱਚ ਬੇੜੀਆਂ ਪਾ ਕੇ, ਹੱਥਾਂ 'ਚ ਹੱਥਕੜੀਆਂ ਪਾ ਕਰਕੇ ਉਹਨਾਂ ਨੂੰ ਇੱਕ ਮੁਲਜ਼ਮ ਬਣਾ ਕਰਕੇ ਕਚਹਿਰੀਆਂ ਵਿੱਚ ਪੇਸ਼ ਕੀਤਾ ਗਿਆ। ਚਰਖੜੀਆਂ ਤੇ ਚੜ੍ਹ ਕੇ ਅੱਗੇ ਜਾ ਕਰਕੇ ਇਹਨਾਂ ਨੂੰ ਸ਼ਹੀਦ ਕਰਨਾ ਹੈ। ਪਰ ਇਸੇ ਹਾਲਾਤ ਵਿੱਚ ਅਜੇ ਉਹ ਜੇਲ੍ਹ ਵਿੱਚ ਨੇ। ਉਹਨਾਂ ਦਿਨਾਂ ਵਿੱਚ ਇਹਨੇ ਜਦੋਂ ਇਨਾਮ ਰੱਖੇ ਸਿੱਖ ਕੌਮ ਦੇ ਸਿਰਾਂ ਦੇ, ਸਿੱਖਾਂ ਦੇ, ਤੇ ਉਸ ਵੇਲੇ ਜਿਨ੍ਹਾਂ ਨੂੰ ਥੋੜੀ ਬਹੁਤੀ ਹਲਾਸ਼ੇਰੀ ਮਿਲੀ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ, ਜਿਹੜੇ ਸਿੱਖਾਂ ਦੀਆਂ CIDਆਂ ਦਿੰਦੇ ਸਨ, ਸੂਹਾਂ ਦਿੰਦੇ ਸਨ, ਉਹਨਾਂ ਨੂੰ ਸੌਖੇ ਅੱਖਰਾਂ 'ਚ ਕਹਿ ਲਈਏ ਵੀ ਮੁਖਬਰ ਬਣੇ। ਉਹਨਾਂ ਵਿੱਚੋਂ ਕੋਠੀਆਂ ਦੇ, ਮਲਕੀਅਤਾਂ ਦੇ, ਜੈਲਦਾਰੀਆਂ ਦੇ ਲਾਲਚ ਲੈਣ ਵਾਸਤੇ ਬਹੁਤ ਕੁਝ ਇਤਿਹਾਸ ਦੇ ਪੰਨੇ, ਹੋਰ ਕਿਤੇ ਬੱਬਰ ਅਕਾਲੀ ਲਹਿਰ ਪੜ੍ਹ ਕੇ ਵੇਖੋ, ਉਹਦੇ ਵਿੱਚ ਵੀ ਇਹ ਸਭ ਕੁਝ ਮਿਲੇਗਾ। ਇਸੇ ਆਧਾਰਤ ਹੀ ਜੰਡਿਆਲੇ ਗੁਰੂ ਦਾ ਭਗਤ ਨਿਰੰਜਨੀਆਂ, ਜਿਹੜਾ ਕਿ ਪੂਲੇ ਪਿੰਡ ਦੇ ਇਰਦ ਗਿਰਦ ਦੇ ਇਲਾਕੇ ਦਾ ਰਹਿਣ ਵਾਲਾ ਹੈ, ਉਹ ਜ਼ਕਰੀਆ ਖਾਨ ਦਾ ਮੁਖਬਰ ਬਣਿਆ। ਉਹਨੇ ਜਾ ਕਰਕੇ ਕਰਦਿਆਂ ਕਰਾਉਂਦਿਆਂ ਭਾਈ ਤਾਰੂ ਸਿੰਘ ਸਾਹਿਬ ਆਪਣੇ ਪੂਲੇ ਪਿੰਡ ਦੇ ਵਿੱਚ 25 ਸਾਲਾਂ ਦੀ ਚੜ੍ਹਦੀ ਜਵਾਨੀ ਵਾਲਾ ਨੌਜਵਾਨ ਹੈ, ਪਰ ਉਹਦੀ ਇਮਾਨਦਾਰੀ, ਉਹਦੀ ਧਰਮ ਦੀ ਪ੍ਰਪੱਕਤਾ, ਉਹਨੂੰ ਸਾਰੀ ਊਚ ਨੀਚ ਕਿਸੇ ਧਰਮ ਦਾ ਵੀ ਹੋਵੇ ਸਾਰਿਆਂ ਨੂੰ ਇੱਕ ਨਿਗਾਹ ਨਾਲ ਵੇਖਣਾ ਤੇ ਸਾਰਿਆਂ ਦਾ ਆਇਆਂ ਗਿਆ ਦਾ ਮਾਣ ਕਰਨਾ। ਆਪਣੇ ਘਰ ਭਾਵੇਂ ਗਰੀਬੀ ਹੈ ਪਰ ਫਿਰ ਵੀ ਆਏ ਗਏ ਦੇ ਭੋਜਨ ਪ੍ਰਸ਼ਾਦੇ ਨਾਲ ਸੇਵਾ ਕਰਨੀ, ਕਿਸੇ ਨੂੰ ਰਾਤ ਵਿਸਰਾਮ ਕਰਨ ਦੀ ਲੋੜ ਹੈ ਤੇ ਉਹਨੂੰ ਆਪਣੇ ਘਰ ਮੰਜਾ ਬਿਸਤਰਾ ਦੇਣਾ। ਫਿਰ ਇਸੇ ਤਰੀਕੇ ਦੇ ਨਾਲ ਜਿਹੜੇ ਜੰਗਲਾਂ ਵਿੱਚ ਬੈਠੇ ਸਿੰਘ ਫੌਜਾਂ ਦੇ ਸਮੇਤ ਆਪਣੇ ਸਮੇਂ ਨੂੰ ਕੱਟ ਰਹੇ ਸਨ, ਉਹਨਾਂ ਦਾ ਪ੍ਰਸ਼ਾਦਾ ਪਾਣੀ ਸੇਵਾ ਘਰੋਂ ਰੋਜ਼ ਬਣ ਕਰਕੇ ਪ੍ਰਸ਼ਾਦਾ ਟੋਕਰਾ ਬਣ ਕੇ ਜਾਣਾ। ਭਾਈ ਤਾਰੂ ਸਿੰਘ ਸਾਹਿਬ ਨੇ ਉਹ ਸੇਵਾ ਕਰਕੇ ਆਉਣੀ। ਇਹ ਸਭ ਕਾਸੇ ਦੀ ਖਬਰ ਇਸ ਭਗਤ ਨਿਰੰਜਨੀਏ ਨੇ ਜਾ ਕਰਕੇ ਜ਼ਕਰੀਆ ਖਾਨ ਦੇ ਇਸੇ ਤਰ੍ਹਾਂ ਕੰਨ ਭਰੇ ਵੀ ਤੂੰ ਕਹਿੰਦਾ ਮੈਂ ਮੁਕਾ ਦਿੱਤੇ, ਇਹ ਕਿੱਦਾਂ ਮੁੱਕ ਸਕਦੇ ਨੇ ਜਦੋਂ ਤੇਰਿਆਂ ਪਿੰਡਾਂ ਵਿੱਚ ਇਹਨਾਂ ਜੰਗਲਾਂ ਵਿੱਚ ਰਹਿਣ ਵਾਲਿਆਂ ਸਿੰਘਾਂ ਦੀ ਮਦਦ ਕਰਨ ਵਾਲੇ ਬੈਠੇ ਹੋਏ ਨੇ। ਉਹਨਾਂ ਵਿੱਚੋਂ ਇੱਕ ਤਾਰੂ ਸਿੰਘ ਹੈ ਜਿਹੜਾ ਰੋਜ਼ ਇਹਨਾਂ ਨੂੰ ਪ੍ਰਸ਼ਾਦੇ ਛਕਾਉਂਦਾ ਹੈ। ਇੱਕ ਹੋਰ ਇਸ ਵੇਲੇ ਗੁਨਾਹ ਕੀਤਾ ਭਾਈ ਤਾਰੂ ਸਿੰਘ ਨੇ, ਸੌਰੀ ਖਿਰਾ ਕਰਨਾ, ਮੈਂ ਗੁਨਾਹ ਕਿਹਾ ਕਿਉਂਕਿ ਉਹਨਾਂ ਦੀ ਨਿਗਾਹ ਵਿੱਚ ਉਹ ਗੁਨਾਹ ਸੀ। ਉਸ ਗੁਨਾਹ ਨੂੰ ਥੋੜਾ ਜਿਹਾ ਸੁਣ ਲਈਏ ਵੀ ਕੀ ਸੀ। ਪੱਟੀ ਦੇ ਇਲਾਕੇ ਦਾ ਇੱਕ ਹਾਕਮ ਜ਼ਕਰੀਆ ਖਾਨ ਦਾ ਸਥਾਪਿਤ ਕੀਤਾ ਹੋਇਆ, ਬਿਠਾਇਆ ਹੋਇਆ ਇਸ ਇਲਾਕੇ ਦਾ ਹਾਕਮ, ਜਿਨਨੇ ਇੱਕ ਮੁਸਲਮਾਨ, ਸ਼ਾਇਦ ਰਹੀਮ ਬਖਸ਼ ਦਾ ਨਾਂ ਆਉਂਦਾ, ਉਸ ਰਹੀਮ ਬਖਸ਼ ਮੁਸਲਮਾਨ ਗਰੀਬ ਦੀ ਨੌਜਵਾਨ ਸੁੰਦਰ ਸਰੂਪ ਵਾਲੀ ਚੜ੍ਹਦੀ ਜਵਾਨੀ ਵਾਲੀ ਧੀ, ਜਿਹਨੂੰ ਥੋੜੇ ਦਿਨਾਂ ਬਾਅਦ ਉਹਨੇ ਡੋਲੀ 'ਚ ਬਿਠਾ ਕਰਕੇ ਸਹੁਰੇ ਭੇਜਣਾ, ਇਸ ਪੱਟੀ ਦੇ ਹਾਕਮ ਨੇ ਜ਼ਬਰਦਸਤੀ ਖੋਹ ਲਈ। ਪੱਟੀ ਦੇ ਆਪਣਿਆਂ ਮਹਿਲਾਂ ਵਿੱਚ ਆਪਣੇ ਘਰੇ ਪਾਉਣਾ ਚਾਹੁੰਦਾ ਉਹਨੂੰ। ਇਸ ਰਹੀਮ ਬਖਸ਼ ਨੇ ਹਾੜੇ ਕੱਢੇ, ਆਪਣੀਆਂ ਪੱਗਾਂ ਲਾ ਕੇ ਉਸ ਹਾਕਮ ਦੇ ਪੈਰਾਂ ਤੇ ਰੱਖੀਆਂ, ਤਰਲੇ ਮਾਰੇ, ਮੇਰੀ ਇੱਕ ਜਵਾਨ ਧੀ ਹੈ, ਮੈਂ ਆਪ ਗਰੀਬ ਹਾਂ, ਮੈਂ ਉੱਜੜ ਜਾਵਾਂਗਾ, ਮੇਰੀ ਜ਼ਿੰਦਗੀ ਮੁੱਕ ਜਾਏਗੀ, ਮੈਂ ਕਿੱਥੇ ਨੱਕ ਦੇ ਕੇ, ਕਿੱਥੇ ਸਿਰ ਦੇ ਕੇ ਜੀਵਾਂਗਾ, ਇਸ ਇੱਜ਼ਤ ਨੂੰ ਮੈਂ ਰੱਖਣਾ ਚਾਹੁੰਦਾ, ਵਾਸਾ ਹੀ ਹੋ। ਸੋ ਇਸੇ ਤਰੀਕੇ ਤਰ੍ਹਾਂ ਵਾਸਤਾ ਹੀ ਉਹ ਖੁਦਾ ਦਾ, ਤੈਨੂੰ ਮੇਰੀ ਧੀ ਨੂੰ ਛੱਡ ਦੇ। ਤੇ ਸੱਚੀ ਜਾਣਿਓ ਇਸ ਪੱਟੀ ਵਾਲੇ ਹਾਕਮ ਨੇ ਠੁੱਡੇ ਮਾਰ ਕੇ ਇਹਨੂੰ ਹਾਕਮ ਇਸ ਪੱਟੀ ਦੇ ਆਪਣਿਆਂ ਮਹਿਲਾਂ ਵਿੱਚੋਂ ਧੱਕੇ ਮਾਰ ਕੇ ਕਢਵਾ ਦਿੱਤਾ। ਰੋਂਦਾ ਢੈਂਦਾ ਡਿੱਗਦਾ ਡਹਾਉਂਦਾ ਜਦੋਂ ਜਾ ਕਰਕੇ ਫਿਰ ਬੰਦਾ ਸੋਚਦਾ ਵੀ ਹੁਣ ਕੀ ਕਰਾਂ। ਹੁਣ ਵੇਖਿਆ ਵੀ ਇਹ ਪੱਟੀ ਵਾਲੇ ਹਾਕਮ ਨੇ ਤੇ ਮੇਰੀ ਸੁਣੀ ਨਹੀਂ, ਇਹਦੇ ਉਤਲੇ ਰੈਂਕ ਵਾਲੇ ਕੋਲੇ ਜਾਵਾਂ, ਗਵਰਨਰ ਕੋਲੇ ਜਾਵਾਂ, ਭਾਵ ਕਿ ਇਹਨੇ ਜਾ ਕਰਕੇ ਲਾਹੌਰ ਉਹ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਵੀ ਜਾ ਕੇ ਪੇਸ਼ ਹੋਇਆ। ਜਦੋਂ ਢੰਡੋਰਾ ਪਿੱਟਿਆ, ਮੈਂ ਇੱਕ ਗਰੀਬ ਫਰਿਆਦ ਲੈ ਕੇ ਆਇਆ ਵਾਂ, ਪਹਿਲੋਂ ਤੇ ਅੰਦਰ ਵੜਨ ਦੀ ਆਗਿਆ ਨਹੀਂ, ਆਖਰ ਜਦੋਂ ਜ਼ਿਆਦਾ ਜਿੱਦ ਕੀਤੀ ਤੇ ਅੰਦਰ ਗਿਆ। ਜਦੋਂ ਉਹਨੂੰ ਦੱਸਿਆ ਵੀ ਹੋਇਆ ਕੀ, ਦੱਸਿਆ ਮੈਂ ਗਰੀਬ ਹਾਂ, ਮੈਂ ਮੁਸਲਮਾਨ ਹਾਂ, ਰਹੀਮ ਬਖਸ਼ ਮੇਰਾ ਨਾਂ ਹੈ, ਮੇਰੀ ਧੀ ਦੀ ਇੱਜ਼ਤ ਕੋਈ ਲੁੱਟ ਲੈ ਤੇ ਮਾਰਾ ਜਾਪਨਾ, ਤੁਹਾਨੂੰ ਕੀ ਰਹਿਣ ਦਾ ਮਤਲਬ ਹੋਇਆ? ਤੁਸੀਂ ਇਸਲਾਮੀ ਮਾਲਕ ਦੇ ਮਾਲਕ ਹੋ, ਤੁਹਾਡਾ ਰਾਜ ਭਾਗ ਹੋਵੇ ਤੇ ਮੇਰੇ ਮੁਸਲਮਾਨ ਹੋਣ ਦੇ ਨਾਤੇ ਮੇਰੇ ਧੀ ਦੀ ਇੱਜ਼ਤ ਲੁੱਟੀ ਜਾਏ। ਪਹਿਲੋਂ ਇਹ ਗੱਲ ਸੁਣ ਕਰਕੇ ਕਹਿੰਦੇ ਜ਼ਕਰੀਆ ਖਾਨ ਲੋਹਾ ਲਾਖਾ ਹੋ ਗਿਆ ਵੀ ਦੱਸ ਤੇਰੀ ਧੀ ਨਾਲ ਕਿੰਨੇ ਇਸ ਤਰ੍ਹਾਂ ਜ਼ਬਰਦਸਤੀ ਕੀਤੀ ਏ, ਹੁਣੇ ਜੂੜ ਕੇ ਨੂੜ ਕੇ ਕਚਹਿਰੀ ਵਿੱਚ ਬੰਨੇ ਕੇ ਲਿਆ ਕੇ ਪੇਸ਼ਾ ਕੀਤਾ ਜਾਏਗਾ।
ਜਦੋਂ ਉਹਨੇ ਦੱਸਿਆ महाराज ਤੁਹਾਡਾ ਸਥਾਪਿਤ ਕੀਤਾ ਹੋਇਆ ਪੱਟੀ ਦਾ ਹਾਕਮ ਹੈ ਜਿਹਨੇ ਮੇਰੀ ਧੀ ਚੁੱਕ ਕੇ ਲੈ ਜਾਣਾ ਕੀਤੀ ਏ, ਤੇ ਉਹਦਾ ਉਸੇ ਵੇਲੇ ਰਵੱਈਆ ਬਦਲ ਗਿਆ। ਕਹਿਣ ਲੱਗੇ ਮੈਂ ਆਪਣੇ ਇਲਾਕਿਆਂ ਵਿੱਚ ਜਿਨ੍ਹਾਂ ਨੂੰ ਹਾਕਮੀ ਦਿੱਤੀ ਏ ਉਹਨਾਂ ਨੂੰ ਖੁਦ ਮੁਖਤਿਆਰੀਆਂ ਦਿੱਤੀਆਂ ਨੇ, ਉਹ ਆਪਣੀਆਂ ਮਰਜ਼ੀਆਂ ਤੇ ਆਪਣੇ ਕਾਨੂੰਨਾਂ ਤੇ ਆਪਣੇ ਐਲਾਨਾਂ ਦੇ ਆਪ ਮਾਲਕ ਨੇ। ਮੈਂ ਆਪਣੇ ਸਥਾਪਿਤ ਕੀਤੇ ਹਾਕਮਾਂ ਦੀਆਂ ਮਨਮਰਜ਼ੀਆਂ ਦੇ ਵਿੱਚ ਦਖਲ ਨਹੀਂ ਦੇ ਸਕਦਾ। रो रो के हाड़े कढ़ के मानो जे किते वो इतिहास दे तवारीख दे पत्रे पढ़ के वेखीए, कहंदे ने उत्थे इस विचारे रहीम बख्श दियां दुहाइयां पैंदियां होईयां मानो उस महल दियां कंधां ने सुनियां होण ते कंधां भी त्रिप त्रिप करके अथरू रोईयां होण, पर जकरिया खान दे दिल दे उत्ते एक जरा जना असर ना होया। उथों धक्के मरवा के इस रहीम बख्श नूं बाहर कढवा करके तोड़ दिता गया। डिगदा ढवाउंदा फिर अपने इलाके वाल नूं तुरिया आउंदा है। उत्थे राह विच इस गरीब नूं कोई ऐसा दरवेश मिलता है, पुछया की हालत है, क्यों इदां दे तेरे हालत बने ने? कहन लगा अपनी सारी हालत दस के भी आ मेरे नाल वापरिया, मैं फरियादी होके गया किसी फरियाद नहीं सुनी। उन्हें फिर जिक्र किया, कहन लगे सजना आसरे तेरे मुक गए ने, तू पट्टी दे हाकम कोले भी फरियादां कर लियां, तू लाहौर दे हाकम कोले भी फरियादां कर लियां, बल कोई नहीं बनी। मेरे कहण दे उत्ते एक पूले नंगर विच परमेश्वर दा एक दरवेश वसदा है, रब दा एक भगत वसदा है। मैनू मेरे मन दा भरोसा है कि जे तू ओहदे कोले जाके अपनी फरियाद रोवे ते शायद तेरा कोई पल्ला फड़िया जाए। सच्ची जाणियो उस गरीब सिख भाई साहब भाई तारू सिंह के घर जाकर के जो उन्हें वेख्या पहुंचना किया, भाई तारू सिंह साहब जी गुरबाणी के शब्दों के कीर्तन का आनंद मान रहे हैं। थले बैठन लगा, भाई तारू सिंह ने उस गरीब रहीम बख्श नूं उहदे मोढियां तो फड़ के अपने नाल मंजी ते बिठाया ते अगे उहदे वचन निकले, कहन लगे दरवेश जी तुहाडे बराबर मैं बैठा, क्योंकि उस वेले दे हालातां नूं इन्हां गरीबां नूं अपने पैरां थले ही बिठा करके रोलिया करदे सन हाकम लोग वड्डे लोग, मैं तुहाडे बराबर किवें बह सकदा? नहीं महाराज तुसीं बुजुर्ग हो। भाई तारू सिंह दे अखर, नहीं जी तुसीं बुजुर्ग हो, उम्र करके मेरे तो वड्डे हो, उम्र करके वड्डे होण दे नाते मेरे घरदियां दियां सिखाईयां होईयां सिक्ख्यावां विचों मैनूं अपणिआं तो वड्डिआं दा सत्कार करना सिखाया है। उस वेले अपने उस मंजी ते पुआंदे नहीं बहन दिता, उसनूं अपने सरहाणे वाले बिठाया, उहदा सत्कार किया। वो अखां चों त्रिप त्रिप करके हंझू रोंदा है। गल की है? उन्हें अपनी धी दी सारी वार्तालाप दसी। कहन लगे सजना कोई गल नहीं, बैठ भुख लगी है ते प्रशादा छक, जे रात कटन वास्ते तेनों विश्राम करने वास्ते कोई लीड़े कपड़े कंबल चादर की लोड़ है तो देवांगा। हाँ मैं यतन करांगा, रात अज कट सवेर तक मैं तेनों दस देवांगा कि की मैं तेरी मदद कर सकदा कि नहीं कर सकदा। शाम का समा होया, उसनूं प्रशादा पानी छकाया, नाल टोकरा भरिया प्रशादियां दा चुक के सिर उत्ते भाई तारू सिंह जो जंगलों च बैठे सिंघां नूं प्रशादा छकाउण गए। इत्थे दो तरह साखीकारां ने लिखिया, एक तां जाके प्रशादा वरतिया, प्रशादा छका दिता गया, फिर भाई तारू सिंह ने जा करके वार्तालाप दसी पिया होया। दूसरा कहते ने प्रशादा वरतिया, भाई तारू सिंह साहब के चेहरे की उदासी पढ़ी उन्होंने सिंघां ने जिहड़े जंगलों च बैठे ने, पुछया भाई साहब जी तुहाडे चेहरे ते उदासी है? कहन लगे जी एक गरीब मेरे घरे बैठा है, उहदी धी दी इज्जत खत्म हो रही है, धी दीयां इज्जतां दीयां लीरां हो रही ने, इस पट्टी का हाकम उहदी धी नूं जबरदस्ती चुक के अपने महलों च लै गया, जिन्नी देर तक वो छड़वा के वापस नहीं लियांदी जांदी मैं खुश नहीं हो सकता। ते जिक्र आउंदा कि उस वेले गुरु के खालसे दे लगियां होईयां पंगतां विच वरते हुए प्रशादे फिर वापस टोकरे च रख दिते सी कि भाई तारू सिंघा खालसा हाँ, जे खालसे दे रूप विच असीं जिंदगी जीउणी आ ते पहलों उस गरीब दी धी नूं इस पट्टी दे हाकम तो छडवा के लिआंदा जाएगा, जिन्ने जीउंदे वापस आ जाएंगे आण के प्रशादा छक लांगे। उस रहीम बख्श नूं नाल लिया कि पता नहीं उस हाकम ने किन्नियां धीआं नूं अपने महलां च पाया होवे, किदां पछाणांगे भी ये तेरी धी है? चल नाल जा करके लम्मी चौड़ी दास्तान इतिहास दी कि इस पट्टी दे हाकम दे कोल गुरु के सिंघां दे खालसियां दी टुकड़ी ने हमला किया, नाले उथों उन्हां धी कल्ली उस एक रहीम बख्श नहीं ओहदे नाल दियां पता नहीं किन्नियां क होर धीआं उत्थे कैद कीतियां होईयां, उन्हां सारियां नूं छडवाया और निकलदियां होया उस हाकम दे महलां नूं बरूद ला के उस बरूद दियां पुलियां नूं अग दे करके ते सारे दा सारा उड़ा करके तबाह कर दिता गया। यह खबर भी उस भगत निरंजनीय ने जकरिए खान नूं जाके दसी कि महाराज वो जेड़ा पट्टी दे हाकम वाली सारी वार्तालाप हुई है वह सब कुछ करता करिंदा तारू सिंह आ, नाले सिंघां दी मदद करदा है।
इस प्रकार अपने 100 के सिपाही की टुकड़ी दे करके पूले नगर में भाई तारू सिंह साहब जी को गिरफ्तार करने वास्ते भेजा। पिंड दियां होर भावें मुसलमान हिंदू धर्म के लोग वसते ना, सारिਆਂ ने क्या असीं उन्नी देर तक पिंड तो भाई तारू सिंह नूं जाण नहीं दे सकते जिन्ना चिर तक असीं जिउंदे हैं, क्योंकि ਉਹਦੀ दरवेशी, ਉਹਦੀ भाव भगती, ਉਹਦੀ परमेश्वर ते भरोसे वाली गल नूं, ਉਹਦੇ जीवन नूं सारे जानते हैं। पर भाई तारू सिंह ने सारिਆਂ नूं भरोसा धरवास दे के, सज्जनों इस तरह ना करो, तुहाडी नहीं आई, मैनू लगता है मेरा शहीदी का समा नेड़े आ गया है, किसी दूसरे की आई तो दूसरा नहीं मरदा, जिहदी आई है उन्होंने मरना पैना है। इस करके तुसीं अपने पिंडां च वसो। अज दे आए 100 टुकड़ी सिपाहियां नाल तुसीं लड़ोगे, हो सकता है तुसीं इहदे तो जित जाओगे, मैनू छुड़ा लोगे, पर जिहड़ा हाकम पिछे बैठा उन्हें किते इस तरह थोड़ा सारना, मुड़ के 1000 भेज देगा, मुड़ के 2000 भेज देगा, किन्नियां क नाल लड़के किन्नियां क नूं मरवावांगे? नहीं, मेरे नाल जो कुछ होएगा मैं जावांगा। इस प्रकार पहलों जिक्र आउंदा कि भाई तारू सिंह ते उन्हां दी भैण बीबी तार कौर नूं दोवां नूं गिरफ्तार कर लिया गया सी। फिर हाकम नाल गलबात करके भैण तार कौर नूं तां छुड़वा लिया गया। भाई तारू सिंह साहब जी नूं लाहौर जकरीए खान की कचहरी विच पेश किया गया। जिस वेले अंदर पहुंचे, अंदर पहुंचदे भावें पैरां च बेड़ियां पईयां ने, हत्थां च हथकड़ियां लगियां होईयां ने, पर खालसे दी रहत बैत दे असूल ने कि जदों भी एक दूजे नूं मिलना ते फतेह गज के बुलाउणी है। भाई तारू सिंह साहब ने इस जकरीए खान की कचहरी के अंदर पेश हुंदियां अंदर वड़दियां सारी गज के वाहिगुरू जी का खालसा वाहिगुरू जी की फतेह जदों बुलाई, अगों जवाब कित्थों आउणा सी, आपे ही उस फतेह का जवाब दिता। पर इस फतेह के अखर बोल सुन के ही जकरीया खान नूं सणक अपनी अग लग गई। मैं इहनूं मुजलम बना करके, मैं इहनूं एक गुनाहगार बना करके अपनी कचहरी विच पेश करना चाहुंदा, ये फतेह बुला रहा। कुछ वार्तालाप हुए, उन्हें कहा मैं अपने तेनू मेरा गुनाह की है? भाई तारू सिंह ने पूछा मेरा गुनाह की है, मैनू किहड़े गुनाह विच फड़ के लिआंदा है? ते उत्थे जिक्र आउंदे ने तवारीख दे अखरे कि जकरीया खान इन्ना बबूला होया, वो कहन लगा तेरा गुनाह मैनू पता नहीं पिछे की जा नहीं, पर जेड़ा तू मेरी कचहरी विच आण के गज के फतेह बुलाई है, तेरी मौत वास्ते मैनू इन्ना ही गुनाह बहुत है। भाव कि जिहड़ा तू मेरी कचहरी च बह के खलो के तू फतेह बुलाउणा है, इहो ही गुनाह तेरे वास्ते इन आफिया। भाव कि तेनू मौत के घाट उतारन वास्ते मेरे वास्ते काफी है। बहुत कुछ इस तरह की वार्तालाप भाई तारू सिंह साहब नाल होए। उन्हें कहा जकरीया खान तेरी इस जिहड़ी तख्तां ताजां दी भट्ठी है ना, इहदे थल्ले तू अपने पापां दे कोलियां दी अग बाल लई है। इन्ना बलदी हुई पापां दे कोलियां दी अग दी भट्ठ विच सड़ के स्वाह हो जाएगा। हाँ, जिहड़ा मैं जिक्र पिछे कीता है, भाई सवेग सिंह ते भाई शहबाज सिंह दे नाल जदों इन्हां ने तशद्दुद कीता सी, उत्थे भी भाई सवेग सिंह ने इहनूं कह दिता सी, एक वार्निंग दे दित्ती सी, क्योंकि भाई सवेग सिंह ने अपने पुत्र शहबाज सिंह जदों वो कुछ तशद्दुद झल के सो इस्लाम कबूल कर लैण दी गल नूं ना विच ना जवाब दे सके, सिर ना हिलाया, ते उन्हां सिपाहियां ने समझ लिया भी ये मन गया। मन जाण दी गल भाई सवेग सिंह नूं दसी गई, ते कहण लगे मेरे कोल लिआओ, ते कोल लिआउण तो अपने चरनां दा गूठा भाई शहबाज सिंह दे मत्थे ते छुआ के कहा सी जा हुण इहनूं मुसलमान बनाओ। उत्थे साडे इतिहासकार कहिंदे ने कि भाई शहबाज सिंह दे मत्थे दीयां रेखावां विच मानो किते एक लैन लिखी सी भी इह धर्म बदल सकदा है। ते भाई सवेग सिंह बापू ने प्यो ने अपने पैरां दे चरनां दी धूड़ भाई शहबाज सिंह अपने पुत्र दे मत्थे ते ला के वो जिहड़ा धर्म तब्दीली दी लाइन रेख लिखी सी वो भी मेट के रख दित्ती। भाई शहबाज सिंह अगे आके अपने प्यो दे नाल बराबर चरखी ते घुम्मिया ते चढ़ के तुम्बा तुम्बा होके उड़ गया, पर मुसलमान नहीं बनिया, धर्म नहीं छड्डिया। उत्थे जकरीया खान ने कहा तू जोतशी है, तू आउण जाण वाले पहले जां पिछले आउण वाले समय दीयां कुछ वापरन वालियां घटनावां नूं जाणदा आ? उस वेले फिर भाई सवेग सिंह ने कहा सी जकरीया खां होर दा ते मैनूं पता नहीं, पर तैनूं मैं एक दस सकदा भी अज जिस दिन की गल भाई सवेग सिंह नाल ओहदी होई, कहण लगे अज तो 31 दिन बाद तेरी मौत है, तेरी जिंदगी केवल 31 दिन की बाकी रह गई। एक बार जकरीया खान के पैरों थल्लों मिट्टी निकली, मुड़ के फिर अपने मान के हंकार में आ गया। तेरे वर्गे 100 आउंदे ने इहो जिहियां गल्लां कहण वाले, तेरे वर्गियां दियां कहण दे नाल मैं किते अपने अकीदे तो अपने निशाने तो थिरक थोड़ा जाना, ये गल आ गई। जदों इधरों भाई तारू सिंह साहब ने फिर कुछ बोल बोले, एक बार फिर चेता आया भी सवेग सिंह ने भी कहा सी 31 दिनों की गल है, बाकी 22-23 दिन होर रह गए ने, सारे 7-8 दिन उहदे चों लंघ गए ने। उस हालात में एक बार डरिया भी है,
पर फिर जितना कहते ना हाकम कहता भी ना अपने आप का डर पता दुनिया को दस दिता प्रगट कर दिता तो कहणगे ते डरपोक हाकम है। उस वेले फिर अपने अकीदे विच आ गया, कहन लगे तारू सिंघा वेखी चरखी ते चढ़ के तेरे हड्ड किदां तोड़दा लकड़ियां वांग। उन्हें क्या करके वेख। भाई तारू सिंह नूं चरखी ते बधा गया। चरखी आप जी किते करके वेखियो गूगल भी चरखी हुंदी की है। दो चरखे दे वांग पिंजरे आउंदे ने चक्कर, दोवां दा आपस एक थां ते आण के मिलाप हुंदा है ते उत्थे उन्हां दे बिल्कुल सुंबे एक दूजे वाल नूं लगे हुंदे ने। जिहड़ा शरीर उन्हां विच वज्जिया वो सुंबे वज के उन्हां शरीरां दे विचों तुंबा तुंबा करके मास दीयां टुकड़ियां कढ के लै जांदे ने। भाई तारू सिंह साहब जी नूं उस चरखी ते बाह के गेड़ा दिता गया, अदम होया करके बेहोशी की हालात में ला दिता गया, कैद में पा दिता गया। अगले दिन की फिर सभा लगती है तारू सिंह जकरिया खान की। जकरिया खान आर्डर किया कि तारू सिंह फिर कचहरी में पेश किया जाए। तो सच्ची जानियो आउंदे ही सवाल होया तारू सिंघा सिक्खी का ते चरखी का स्वाद किहो जिहा आया ईओ। ते भावें कि उस चरखी ने पिंजिया होया सी, भावें शरीर के तुंबा तुंबा करके उड्डे हुए सन, मांस के टुकड़े विचों निकले, कई जख्म हो चुके सन शरीर विच, कई हड्डियां टुट चुकियां सन हत्थां ते पैरां लत्तां दियां, पर फिर भी बेड़ियां च झगड़े हुए नूं दो जाणियां ने मोढे ते चुकिया है। ते भाई तारू सिंह ने फिर गज के वाहिगुरू जी का खालसा वाहिगुरू जी की फतेह बुला के कहा सी, जकरिया खां चरखड़ी का स्वाद दसिया नहीं पता लगना, उहदा स्वाद वेखना ते आ मेरे नाल बराबर चरखी ते चढ़ के वेख। वो चरखी ते चढ़ के ही स्वाद का पता आएगा, दसिया नहीं मजा आना। उस वेले कहन लगा मैं तेरी सिक्खी खत्म कर देवांगा। कहन लगे भाई तारू सिंह जी जकरिया खां बड़ियां ते अगे जुल्म कीता ते बड़ियां ते शायद होर करें, पर तैनू पता होना चाहिए भी अज तक दी इतिहास की तवारीख विचों कोई एक भी मैनू ये ना दस दे जिहदे तेरे तशद्दुद थले आण के जां तेरे तशद्दुद तो डर के किसी सिख ने धर्म तब्दील करके मुसलमान बनना कीता हो। ते जे वो नहीं बने तो मेरे तो तू किदां आस रखदा कि मैं सिख धर्म छड्ड के मुसलमान बन जावांगा। मेरी सिक्खी केसां सुआसां नाल लवेगी। ते उस वेले जदों केसां सुआसां नाल कहा, इनू अग लग गई। सिक्खी सिक्खी दा अखर बोल के कहन लगा मैं तेरी जिउंदियां सिक्खी खत्म करांगा। उस वेले फिर मोची नूं सद्दिया गया, कहन लगे मेरे सामने कचहरी विच बैठे हुए नूं इस तारू सिंह दी दाढ़ी अते इहदे केस कतल कर, मैं इहदी सिक्खी खत्म करनी है। भाई तारू सिंह साहब जी हसे, मुस्कुराए अपने चेहरे तो, अपने गुरु ते भरोसा रखदियां अरदास की। इत्थे जज्बा है अरदास का, अरदास की भावना है। हुण उत्थे सानू आम तौर पर कोई दुख पिया तो असीं सिक्खी दे केस कतल करवा दिते, असीं दुनिया का सुख लैना है, दुनिया का ऐशो इशरज भोगना है। सानू अपने आप दे विच सिक्खी दे इन्हां केसां दी ते सिक्खी दी रहत बहत की कदर नहीं, कीमत नहीं पता। भाई तारू सिंह साहब ने अरदास की, दाता मैं किसी जकरिया खान दे दिते हुए लालच विच आण के डोल जांदा, इहदे वल्लों दिती हुई जगीर, इहदे वल्लों दिती हुई किते माया दे प्रभाव थले आण के सिख धर्म छड्ड दिंदा, मेरा कसूर बन जांदा, मैं गुनाहगार बनदा तेरे दर ते। पर दातिया तेरी रहमत नाल किसी दुनिया के लोभ लालच दा डरावे धमकावे ने मैनू गुरमत तो नहीं डुलाया, पर जेड़ा फतवा यह ला के तुरन लगा है उस फतवे विच दाता मेरे हाथ बजे हुए ने, मेरिया पैरां दियां बेड़ियां पईयां होईयां ने, मेरे वस नहीं, मेरे वस केवल तेरे चरनां च अरदास है। मैं सिक्खी तो पतत हो के नहीं दुनिया तो जाना चाहता, दातिया अपने धर्म की लाज रखी। तो उस वेले जिक्र आउंदा तवारीखां अपने अखर बोल बोल के दसदियां ने, अज भी ते सदा ही बोल बोल के दसणगियां कि भाई तारू सिंह साहब जी के केसां नूं, भावें वह सीस के केस सन, भावें वह दाड़े के केस सन, मोची दियां तिखियां तो तिखियां कैंचियां में भाई तारू सिंह साहब जी के केसां नूं कट नहीं पाईयां। सारी सभा समेत जकरिया खां हैरान हो के वेंदा है, ये की बनिया। सारियां ने यतन किया, सारियां ने अपना जोर लाया, पर किसी के जोर अनुसार भी भाई तारू सिंह के केस कतल ना हुए। इत्थे तक आण के जे किते अंदर कोई जज्बा इंसानियत का हुंदा शायद बदल जाता, पर जकरिया खां बदलिया नहीं, क्योंकि जुल्म करन वाला इन्नी इंतहा कर दिंदा है कि जुल्म का अखीर हो जाए। उस वेले जकरिया खां ने लोहा लाखा अपने आप दे विच क्रोध विच आया कि मेरी गल नहीं मन्नी गई। उत्थे उस वेले एक छिन विच ही आर्डर कर दिता कि इस तारू सिंह दे जे जिउंदियां केस नहीं कतल होए ते इहदे जिउंदे जी रंबी नाल सैनी ते हथौड़ी नाल सिर तो खोपरी ला के वखरी रख दित्ती जाए।
ਮੁਸਕਰਾਏ ਭਾਈ ਤਾਰੂ ਸਿੰਘ ਸਾਹਿਬ ਜੀ। ਫਿਰ ਕਹਿਣ ਲੱਗੇ, ਵੇਖਿਆ ਮੇਰੇ ਗੁਰੂ ਦੇ ਉੱਤੇ ਜੇ ਮੈਨੂੰ ਭਰੋਸਾ ਸੀ, ਮੇਰੇ ਗੁਰੂ ਨੇ ਮੇਰੇ ਧਰਮ ਦੀ ਲਾਜ ਰੱਖੀ ਹੈ। ਇੱਕ ਵਾਰ ਨਹੀਂ, ਬਹੁਤ ਵਾਰ ਐਸਾ ਹੋਇਆ। ਪੰਚਮ ਪਾਤਸ਼ਾਹ ਜੀ ਦੇ ਸਮੇਂ ਇੱਕ ਵਾਰ ਭਾਈ ਸੰਤ ਰਾਮ ਸਿੰਘ ਸਾਹਿਬ ਜੀ ਦੀ, ਸੰਤ ਰਾਮ ਜੀ ਦੀ ਸਾਖੀ ਵੀ ਆਉਂਦੀ ਹੈ। ਉਹ ਉਸ ਵੇਲੇ ਦੇ ਹਾਕਮ ਦੀ ਸਭਾ ਵਿੱਚ ਨੌਕਰ ਹੈ, ਸੋਹਣਾ ਸੁਨੱਖਾ ਰੱਜ ਕੇ ਹੈ। ਉਸ ਹਾਕਮ ਦੀ ਧੀ ਨੇ ਉਹਦੇ ਸੁਨੱਖੇ ਪਣ ਵੱਲ ਵੇਖ ਕਰਕੇ ਮਨ ਵਿੱਚ ਪ੍ਰਭਾਵ ਠਾਣ ਲਿਆ ਵੀ ਮੈਂ ਇਹਨੂੰ ਆਪਣਾ ਪਤੀ ਬਣਾਉਣਾ। ਆਪਣੀ ਮਾਂ ਨੂੰ ਦੱਸਿਆ, ਮਾਂ ਨੇ ਸਲਾਹ ਕਰਕੇ ਆਪਣੇ ਪਤੀ ਨੂੰ, ਭਾਵ ਕਿ ਉਸ ਬੱਚੀ ਦੀ ਪਿਓ ਨੂੰ ਦੱਸਿਆ। ਉਹਨੇ ਕਿਹਾ ਵੀ ਗੱਲ ਬਣਦੀ ਨਹੀਂ, ਪਰ ਕੋਈ ਨਾ, ਮੈਂ ਹਾਕਮ ਆ, ਮੈਂ ਇਹਨੂੰ ਮੁਸਲਮਾਨ ਬਣਾ ਕੇ ਕਿਸੇ ਇਲਾਕੇ ਦਾ ਰਾਜ ਭਾਗ ਰਾਜ ਸੋ ਇਸੇ ਤਰ੍ਹਾਂ ਸੂਬੇਦਾਰ ਬਣਾ ਦਾਂਗਾ, ਗੱਲ ਕੋਈ ਨਹੀਂ। ਇਹ ਗੱਲਾਂ ਬਾਤਾਂ ਜਦੋਂ ਹੋਈਆਂ ਤੇ ਇੱਕ ਗੋਲੀ ਨੇ ਸੁਣ ਲਈਆਂ। ਗੋਲੀ ਦੇ ਸੁਣਨ ਤੋਂ ਗੋਲੀ ਜਿਹੜੀ ਸੀ ਉਹ ਇੱਕ ਉਸ ਭਾਈ ਸੰਤ ਰਾਮ ਜੀ ਦੇ ਪਹਿਰੇਦਾਰ ਇੱਕ ਹੋਰ ਸੱਜਣ ਹੈ, ਉਹਦੀ ਘਰਵਾਲੀ ਹੈ। ਜਦੋਂ ਉਹਨੇ ਆਪਣੇ ਘਰ ਵਾਲੇ ਨੂੰ ਦੱਸੀ ਤੇ ਅਗਲੇ ਦਿਨ ਉਹਦੇ ਨਾਲ ਦਾ ਮਿੱਤਰ ਪਹਿਰੇਦਾਰ ਜਿਹੜਾ ਸੀਗਾ ਉਹ ਆਣ ਕਰਕੇ ਕਹਿਣ ਲੱਗਾ, ਸੰਤ ਰਾਮ ਵਧਾਈਆਂ ਹੋਣ, ਮੁਬਾਰਕਾਂ ਹੋਣ ਭਾਈ ਤੈਨੂੰ। ਕਿਹਦੀਆਂ ਮੁਬਾਰਕਾਂ? ਕਹਿਣ ਲੱਗੇ, ਕੱਲ ਨੂੰ ਤੂੰ ਬਾਦਸ਼ਾਹ ਦਾ ਦਮਾਦ ਬਣਨਾ ਹੈ, ਭਾਵ ਕਿ ਬਾਦਸ਼ਾਹ ਦੀ ਧੀ ਤੇਰੇ ਤੇ ਆ ਗਈ ਏ, ਉਹਦਾ ਮਨ ਤੇਰੇ ਤੇ ਆ ਗਿਆ, ਉਹ ਤੈਨੂੰ ਆਪਣਾ ਪਤੀ ਮੰਨ ਬੈਠੀ ਏ ਤੇ ਹਾਕਮ ਕਹਿ ਰਿਹਾ ਹੈ ਵੀ ਤੈਨੂੰ ਮੁਸਲਮਾਨ ਬਣਾ ਕੇ ਆਪਣੀ ਧੀ ਦਾ ਡੋਲਾ ਤੈਨੂੰ ਦੇ ਕੇ ਕਿਸੇ ਇਲਾਕੇ ਦਾ ਘਰਾਣੇ ਦਾ ਮਾਲਕ ਬਣਾ ਦੇਣਾ। ਭਾਈ ਸੰਤ ਰਾਮ ਜੀ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਇਹ ਕੀ ਹੋਇਆ? ਮੈਂ ਧਰਮ ਨਹੀਂ ਛੱਡ ਸਕਦਾ, ਮੈਂ ਧਰਮ ਨਹੀਂ ਬਦਲ ਸਕਦਾ। ਉਸੇ ਵੇਲੇ ਰਾਤ ਪਈ, ਜਿੱਥੇ ਰਾਈਫਲ ਸੀ ਰੱਖ ਕੇ ਰਾਤ ਨੂੰ ਭੱਜ ਗਿਆ, ਚਲਿਆ ਗਿਆ ਜਾ ਕਰਕੇ ਕਾਬਲ ਕਧਾਰ ਆਦਿਕ ਦੇ ਇਲਾਕਿਆਂ ਵਿੱਚ ਆਪਣੇ ਆਪ ਨੂੰ ਛਪਾ ਲਿਆ। ਇਧਰ ਹਾਕਮ ਨੂੰ ਪਤਾ ਲੱਗਾ, ਉਹ ਚਲਿਆ ਗਿਆ। ਆਰਡਰ ਕੀਤਾ, ਜਿੱਥੇ ਲੱਭੇ ਜੇ ਮੇਰੀ ਧੀ ਦਾ ਡੋਲਾ ਪ੍ਰਵਾਨ ਕਰ ਲਿਆ, ਆਪਣਾ ਧਰਮ ਬਦਲ ਕੇ ਤੇ ਪਾਲਕੀ 'ਚ ਬਿਠਾ ਕੇ ਲਿਆਇਓ, ਤੇ ਜੇ ਮੇਰੀ ਧੀ ਦਾ ਡੋਲਾ ਪ੍ਰਵਾਨ ਨਹੀਂ ਕਰਦਾ ਤੇ ਸਿਰ ਵੱਢ ਕੇ ਕਲਮ ਕਰਕੇ ਥਾਲੀ 'ਚ ਪਾ ਕੇ ਮੇਰੇ ਦਰਬਾਰ 'ਚ ਲੈ ਕੇ ਆਓ। ਕਾਬਲ ਦੇ ਇਲਾਕਿਆਂ ਕਿਤੇ ਧਰਮਸ਼ਾਲਾ ਵਿੱਚੋਂ ਕਹਿੰਦੇ ਉਹ ਗੁਰੂ ਕਾ ਸਿੱਖ ਮਿਲਿਆ। ਉੱਥੇ ਉਸ ਗ੍ਰਿਫਤਾਰ ਕਰਨ ਵਾਲੇ ਹਾਕਮ ਨੇ ਵੀ ਕਿਹਾ, ਚੰਗੇ ਬੰਦਾ ਤੈਨੂੰ ਹਾਕਮ ਦੀ ਇੰਨੀ ਉੱਚੀ ਰਿਸ਼ਤੇਦਾਰੀ ਮਿਲ ਰਹੀ ਆ, ਤੈਨੂੰ ਉੱਚੇ ਮਰਾਤਬੇ ਮਿਲਣਗੇ, ਤੈਨੂੰ ਸੋ ਇਸੇ ਤਰ੍ਹਾਂ ਇਲਾਕਿਆਂ ਦਾ ਰਾਜ ਭਾਗ ਮਿਲ ਜਾਣਾ, ਤੈਨੂੰ ਹਾਕਮ ਬਣਾ ਦਿੱਤਾ ਜਾਣਾ, ਹੋਰ ਤੈਨੂੰ ਕੀ ਚਾਹੀਦਾ? ਕਹਿਣ ਲੱਗੇ, ਮੈਨੂੰ ਇਹਨਾਂ ਦੁਨੀਆਦਾਰੀ ਦੀਆਂ ਅਮੀਰੀਆਂ ਨਾਲੋਂ ਆਪਣਾ ਧਰਮ ਪਿਆਰਾ। ਅਸੀਂ ਅੱਜ ਕਿਹੜੇ ਥਾਂ ਤੇ ਬੈਠੇ ਹਾਂ? ਅਸੀਂ ਚੰਗੇ ਭਲੇ ਆਪਣੇ ਆਪ ਨੂੰ, ਸਾਡੀਆਂ ਧੀਆਂ ਵੀ ਇਸੇ ਰਾਹ ਤੁਰ ਪਈਆਂ, ਸਾਡੇ ਬੱਚੇ ਵੀ ਇਸੇ ਰਾਹ ਤੁਰ ਪਏ। ਸਾਡੀਆਂ ਧੀਆਂ ਦੇ ਆਪਣੇ ਆਪ ਦੇ ਇਹ ਸਵਾਲ ਬਣ ਗਏ ਵੀ ਮੈਂ ਤੇ ਜਦੋਂ ਆਪਣਾ ਆਨੰਦ ਕਾਰਜ ਵਿਆਹ ਕਰਾਉਣਾ, ਮੈਨੂੰ ਤੇ ਕਲੀਨ ਸ਼ੇਵ ਪ੍ਰਵਾਨ ਹੈ। ਉਹ ਸਾਡਾ ਧਰਮ ਤੇ ਆ ਸੀ, ਸਾਡਾ ਵਿਰਸਾ ਆ ਸੀ, ਸਾਡਾ ਇਤਿਹਾਸ ਦੀਆਂ ਤਵਾਰੀਖਾਂ ਆ ਨੇ ਵੀ ਆਪਣੇ ਧਰਮ ਵਾਸਤੇ ਕਾਇਮ ਰਹਿਣ ਵਾਸਤੇ ਆਪਣਾ ਸਿਰ ਕਲਮ ਕਰਵਾ ਲੈਂਦੇ ਆ, ਪਰ ਕਿਸੇ ਜ਼ਾਲਮ ਹਾਕਮ ਦੀ ਧੀ ਨਾਲ ਰਿਸ਼ਤਾ ਵੀ ਨਹੀਂ ਪ੍ਰਵਾਨ ਕਰਦੇ। ਸਿਰ ਕਲਮ ਕਰਵਾ ਕੇ ਕਾਬਲ ਦੇ ਇਲਾਕਿਆਂ ਵਿੱਚੋਂ ਲਾਹੌਰ ਲਿਆਣ ਕੇ ਪੇਸ਼ ਕੀਤਾ ਗਿਆ। ਜਦੋਂ ਕਚਹਿਰੀ ਲੱਗੀ, ਬਾਦਸ਼ਾਹ ਦੀ ਕਚਹਿਰੀ ਲੱਗੀ ਵਿੱਚ ਉਹ ਥਾਲੀ ਵਿੱਚ ਰੱਖਿਆ ਹੋਇਆ ਸਿਰ ਜਦੋਂ ਉਹਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤੇ ਉਸ ਹਾਕਮ ਦੀ ਧੀ ਅੱਗੇ ਹੋਈ। ਮਨ ਦਾ ਜਜ਼ਬਾ ਸੀ ਨਾ, ਭਾਵਨਾ ਬਣ ਚੁੱਕੀ ਸੀ ਉਹਦੀ। ਕਹਿਣ ਲੱਗੇ, ਮੈਂ ਇਹਨੂੰ ਭਲਾ ਵੱਡੇ ਹੋਏ ਸਿਰ ਨੂੰ ਹੀ ਆਪਣੇ ਹੱਥ ਨਾਲ ਛੋਹ ਲਵਾਂ? ਤੇ ਸੱਚ ਜਾਣੇ ਸਾਡੀ ਤਵਾਰੀਖ ਹੈ ਇਸ ਇਤਿਹਾਸ ਦੀ ਵੀ ਜਦੋਂ ਉਸ ਹਾਕਮ ਦੀ ਧੀ ਨੇ ਸਿੱਖ ਦੇ ਵੱਡੇ ਹੋਏ ਸਿਰ ਨੂੰ ਆਪਣਾ ਹੱਥ ਛੋਹਣਾ ਚਾਹਿਆ ਤੇ ਸਵਾ ਗਲਿਸ਼ਟ ਸਿਰ ਉੱਠਿਓ ਤਾਂ ਉਹ ਨਾ ਕਬੂਲੀ ਨਾਰ। ਉਸ ਵੇਲੇ ਕਹਿੰਦੇ ਉਸ ਹਾਕਮ ਦੀ ਦੂਸਰੇ ਧਰਮ ਦੀ ਧੀ ਦੇ ਉਸ ਵੱਡੇ ਹੋਏ ਸਿਰ ਨੇ ਵੀ ਹੱਥ ਕਬੂਲ ਨਾ ਕੀਤੇ। ਜਦੋਂ ਹੱਥ ਥਾਲੀ ਨੂੰ ਲਾਉਣ ਲੱਗੀ ਤੇ ਸਵਾ ਗਿੱਠ ਸਿਰ ਵੱਡਿਆ ਵਢਾਇਆ ਥਾਲੀ ਚ ਉੱਚਾ ਉੱਠ ਕੇ ਪਰੇ ਹੋ ਗਿਆ ਸੀ। ਤੇਰਾ ਹੱਥ ਮੈਂ ਨਹੀਂ ਛੋਣ ਦੇਣਾ, ਕਿਉਂਕਿ ਮੈਂ ਆਪਣੇ ਧਰਮ ਵਿੱਚ ਪੱਕਾ ਵਾਂ। ਉਸ ਵੇਲੇ ਉਸ ਹਾਕਮ ਦੀ ਧੀ ਨੇ ਆਪਣੇ ਪਿਓ ਨੂੰ, ਆਪਣੇ ਅੱਬਾ ਨੂੰ ਵੀ ਕਿਹਾ ਸੀ, ਅੱਬਾ ਜਾਨ, ਇਹ ਸਿੱਖ ਆਪਣੇ ਧਰਮ ਦੇ ਪੱਕੇ ਨੇ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਜਿਉਂਦੇ ਜੀ ਆਪਣਾ ਧਰਮ ਨਾ ਬਦਲੇ, ਜੇ ਉਹ ਮਰ ਜਾਏ ਤੇ ਮਰੇ ਹੋਏ ਦਾ ਧਰਮ ਉਹਦਾ ਖੁਦਾ ਨਿਭਾਉਂਦਾ ਹੈ। ਭਾਈ ਤਾਰੂ ਸਿੰਘ ਸਾਹਿਬ ਜੀ ਨਾਲ ਵੀ ਇਸ ਤਰ੍ਹਾਂ ਹੀ ਵਾਪਰਿਆ। ਕੇਸ ਨਹੀਂ ਕਤਲ ਹੋਣ ਦਿੱਤੇ, ਕਿਉਂਕਿ ਉਸ ਖੁਦਾ ਨੇ, ਵਾਹਿਗੁਰੂ ਨੇ, ਅਕਾਲ ਪੁਰਖ ਨੇ ਗੁਰੂ ਕੇ ਸਿੱਖ ਦਾ ਧਰਮ ਨਿਭਾਇਆ। ਹੁਣ ਖੋਪਰ ਲਾਉਣ ਲੱਗੇ ਨੇ। ਆਪਣੇ ਆਪ ਦੇ ਵਿੱਚ ਇਮੇਜਿਨ ਕਰਕੇ ਵੇਖੀਏ ਵੀ ਕੀ ਹੋਇਆ ਹੋਵੇਗਾ। ਸਾਡੇ ਸਿਰ ਦੇ ਮੱਥੇ ਦੇ ਉੱਤੇ ਇੱਕ ਤਿੱਖੀ ਸ਼ੈਣੀ ਲੈ ਕੇ ਉੱਤੋਂ ਥੋੜੇ ਨਾਲ ਛੱਟ ਮਾਰ ਕੇ ਸਾਡੇ ਸਿਰ ਨੂੰ ਖੋਪਰ ਨੂੰ ਪਾੜ ਦੇਵੇ ਤੇ ਕੀ ਬਣੇਗਾ। ਭਾਈ ਤਾਰੂ ਸਿੰਘ ਸਾਹਿਬ ਨਾਲ ਇਸ ਤਰ੍ਹਾਂ ਹੋਇਆ। ਸ਼ੈਣੀ ਨਾਲ ਟੁਕੜੇ ਟੁਕੜੇ ਕਰਕੇ, ਭਾਵ ਕੇ ਇਸ ਤਰ੍ਹਾਂ ਨਿੱਕੇ ਨਿੱਕੇ ਟੁਕੜੇ ਪੀਸ਼ ਪਾ ਕੇ ਭਾਈ ਤਾਰੂ ਸਿੰਘ ਸਾਹਿਬ ਜੀ ਦੇ ਜਿਉਂਦੇ ਜੀ, ਕੋਈ ਮੈਡੀਸਿਨ ਨਹੀਂ ਦਿੱਤੀ, ਕੋਈ ਟੀਕਾ ਨਹੀਂ ਲਾਇਆ, ਕੋਈ ਬੇਹੋਸ਼ੀ ਨਹੀਂ ਕੀਤੀ, ਕੋਈ ਇਸ ਮਾਸ ਨੂੰ ਨਮ ਨਹੀਂ ਕੀਤਾ, ਉੱਥੋਂ
ਉਸੇ ਤਰ੍ਹਾਂ ਉਸ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਖੋਪਰਾ ਲਾਇਆ ਗਿਆ ਤੇ ਭਾਈ ਤਾਰੂ ਸਿੰਘ ਸਾਹਿਬ ਜੀ ਅਡੋਲ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਆਪਣੇ ਚੌਂਕੜੇ 'ਚ ਬੈਠੇ ਨੇ। ਖੋਪਰਾ ਲਾ ਕੇ ਪਾਸੇ ਰੱਖ ਦਿੱਤਾ ਜਾਂਦਾ ਹੈ। ਉਸ ਤੋਂ ਪਹਿਲਾਂ ਇੱਕ ਵਾਰਤਾਲਾਪ ਵਿੱਚ ਜ਼ਕਰੀਆ ਖਾਨ ਨਾਲ ਬਚਨ ਹੋਏ ਸਨ। ਜ਼ਕਰੀਆ ਖਾਨ ਨੇ ਜਦੋਂ ਕਿਹਾ ਸੀ ਇਹਦੇ ਕੇਸ ਕੱਟ ਦਿਓ, ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਲਵੇਗੀ, ਜ਼ਕਰੀਆ ਖਾਨ ਨੇ ਅੱਗੇ ਅੱਖਰ ਵਰਤਿਆ ਸੀ, ਵੇਖੀ ਜਿੱਧਰੋਂ ਬਚ ਗਿਆ ਮੈਂ ਆਪਣੇ ਪੈਰਾਂ ਦੀ ਜੁੱਤੀ ਨਾਲ ਤੇਰੇ ਕੇਸ ਨਾਲ ਝਾੜ ਦਿੱਤੇ। ਖਿਮਾ ਕਰਨਾ ਜੀ, ਮੈਨੂੰ ਅੱਖਰ ਵਰਤਨੇ ਪੈਂਦੇ ਨੇ ਜੋ ਤਲਾਰੀਕਤ ਲਿਖੇ ਬੋਲੇ ਹੁੰਦੇ। ਕਹਿਣ ਲੱਗਾ ਮੈਂ ਆਪਣੇ ਪੈਰਾਂ ਦੀ ਜੁੱਤੀ ਮਾਰ ਮਾਰ ਕੇ ਤੇਰੇ ਸਿਰ ਦੇ ਕੇਸ ਝਾੜ ਦੇਵਾਂਗਾ। ਉਸ ਵੇਲੇ ਫਿਰ ਭਾਈ ਤਾਰੂ ਸਿੰਘ ਨੇ ਕਿਹਾ ਸੀ ਵੇਖਾਂਗਾ ਭਲਾ ਸਿਰ ਦੀ ਜੁੱਤੀ ਕਿਹਦੇ ਸਿਰ ਵੱਜਦੀ ਏ। ਇੱਕ ਗੁਰੂ ਕੇ ਸਿੱਖ ਦਾ ਬਚਨ ਹੈ, ਜ਼ਕਰੀਆ ਖਾਨ ਜਿੰਨੀ ਦੇਰ ਤੱਕ ਆਪਣੇ ਚਰਨਾਂ ਦੀ ਦਾਸੀ ਅੱਗੇ ਲਾ ਕੇ ਤੈਨੂੰ ਪ੍ਰਲੋਕ ਨੂੰ ਨਾ ਖੜਿਆ, ਜਿੰਨਾ ਮਰਜੀ ਜ਼ੁਲਮ ਕਰ ਲਾ ਉਨੀ ਦੇਰ ਤੱਕ ਦੁਨੀਆ ਤੋਂ ਜਾਣਾ ਨਹੀਂ। ਖੋਪਰ ਲਾ ਕੇ ਵੱਖਰਾ ਕਰ ਦਿੱਤਾ ਗਿਆ। ਗੁਰੂ ਕਾ ਸਿੱਖ ਅਡੋਲ ਚੌਂਕੜੇ 'ਚ ਬੈਠਾ ਹੈ। ਉਧਰ ਫਿਰ ਉਸੇ ਵੇਲੇ ਘਟਨਾ ਵਾਪਰਦੀ ਏ ਕਿ ਤਾਰੂ ਖਾਨ ਦੇ ਇਸ ਖੋਪਰਾ ਭਾਈ ਤਾਰੂ ਸਿੰਘ ਸਾਹਿਬ ਜੀ ਦੇ ਖੋਪਰਾ ਲੱਥਣ ਤੋਂ ਬਾਅਦ ਜ਼ਕਰੀਆ ਖਾਨ ਦੇ ਪੇਟ ਵਿੱਚ ਦਰਦ ਸ਼ੁਰੂ ਹੁੰਦੀ ਏ। ਪੇਟ ਦੀ ਦਰਦ ਵਿੱਚੋਂ ਪਾਣੀ ਦਾ ਪਿਸ਼ਾਬ ਦਾ ਬੰਨ ਪੈਂਦਾ, ਪਿਸ਼ਾਬ ਬੰਦ ਹੋ ਜਾਂਦਾ। ਉਸ ਵੇਲੇ ਅਫਰੇਮਾ ਹੋਇਆ, ਅਫਰੇਮੇ ਕਰਕੇ ਚੀਖਾਂ ਮਾਰ ਮਾਰ ਕੇ ਰੋਇਆ। ਫਿਰ ਇਹਨੇ ਕਈ ਤਰ੍ਹਾਂ ਦੇ ਨਜੂਮੀਏ, ਕਈ ਹਕੀਮ, ਕਈ ਡਾਕਟਰ, ਕਈ ਵੈਦ ਵਰਤੇ, ਕਿਸੇ ਤੋਂ ਇਲਾਜ ਨਾ ਹੋਇਆ। ਸਿੱਖ ਧਰਮ ਦੀ ਬੜੀ ਦਿਆਨਤਦਾਰੀ ਇਹਦੇ ਵਿੱਚ, ਕਿਉਂਕਿ ਜਦੋਂ ਕਿਤੇ ਇਹਨਾਂ ਇਤਿਹਾਸ ਦੀਆਂ ਤਵਾਰੀਖਾਂ ਪੱਤਰਿਆਂ ਨੂੰ ਖੋਲ ਕੇ ਵੇਖਣਾ ਹੋਵੇ ਤੇ ਅੱਜ ਵਰਗਾ ਸਾਡਾ ਬਹੁਤ ਸੁੰਗੜਵਾਂ ਦਿਲ ਸਿੱਖ ਨਹੀਂ ਸੀ। ਮੈਂ ਬੇਨਤੀ ਕਰਨ ਲੱਗਾ ਪਹਿਲੋਂ ਅੱਖਰ ਵਰਤ ਲਵਾਂ ਵੀ ਜੇ ਸਾਡੇ ਵਰਗੇ ਅੱਜ ਦੇ ਸੁੰਗੜਵੇਂ ਦਿਲ ਵਾਲੇ ਹੁੰਦੇ ਨਾ ਤੇ ਜ਼ਰੂਰ ਉਸ ਵੇਲੇ ਭਾਈ ਸਬੇਗ ਸਿੰਘ ਨੂੰ ਵੀ ਪੰਥ ਵਿੱਚੋਂ ਖਾਰਜ ਕਰ ਦਿੰਦੇ। ਉਸ ਵੇਲੇ ਦੇ ਜਿਹੜਾ ਖਾਲਸਾ ਪੰਚਾਇਤ ਸੀ ਭਾਈ ਨਵਾਬ ਕਪੂਰ ਸਿੰਘ ਵਰਗੇ, ਉਹਨਾਂ ਨੂੰ ਵੀ ਅਸੀਂ ਆਪਣੇ ਪੰਥ ਵਿੱਚੋਂ ਕੱਢ ਦਿੰਦੇ ਵੀ ਇਹ ਕੀ ਕਰਦੇ ਫਿਰਦੇ ਨੇ, ਜ਼ਕਰੀਆ ਖਾਨ ਨੂੰ ਬਖਸ਼ਣ ਲੱਗੇ ਨੇ, ਹੁਣ ਇਹਦੇ ਲੜੇ ਨੇ, ਇਹਦੇ ਰਲ ਗਏ ਨੇ ਇੱਕ ਦੁਸ਼ਮਣ ਨਾਲ। ਉਸ ਵੇਲੇ ਜ਼ਰੂਰ ਧੱਬਾ ਲੱਗਦਾ ਜੇ ਅੱਜ ਵਾਲਾ ਮਾਹੌਲ ਹੁੰਦਾ ਜਿਸ ਤਰ੍ਹਾਂ ਦਾ ਅਸੀਂ ਅੱਜ ਲੈ ਕੇ ਬੈਠੇ ਹੋਏ ਹਾਂ। ਭਾਈ ਤਾਰੂ ਸਿੰਘ ਸਾਹਿਬ ਜੀ ਦੇ ਖੋਪਰ ਲੱਥਣ ਤੋਂ ਬਾਅਦ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈਂਦਾ ਹੈ। ਕੋਈ ਹਕੀਮ ਵੈਦ ਕੰਮ ਨਹੀਂ ਆਉਂਦਾ, ਮਰ ਗਿਆ ਰੋ ਰੋ ਕੇ, ਪਿਟਣੇ ਪੈ ਗਏ ਉਹਦੇ ਉਸ ਸਭਾ ਵਿੱਚ। ਮੈਂ ਕੀ ਕਰਾਂ, ਮੇਰੀ ਜਿਉਂ ਦੀ ਜਾਨ ਨਿਕਲਦੀ ਨਹੀਂ, ਮੌਤ ਆਉਂਦੀ ਨਹੀਂ, ਜੀਵਾ ਮੇਰੇ ਕੋਲ ਜਾਂਦਾ ਨਹੀਂ, ਹੁਣ ਕੀ ਕੀਤਾ ਜਾਏ। ਯਾਦ ਆਇਆ ਭਾਈ ਤਾਰੂ ਸਿੰਘ ਸਾਹਿਬ ਦਾ ਬਚਨ। ਤਾਰੂ ਸਿੰਘ ਕਹਿੰਦਾ ਸੀ ਜੁੱਤੀ ਅੱਗੇ ਲਾ ਕੇ ਖੜਨਾ, ਉਹਦੇ ਕੋਲੋਂ ਬਖਸ਼ਵਾਓ ਮੈਨੂੰ। ਹੁਣ ਜਿਹੜਾ ਜੇਲ੍ਹ ਵਿੱਚ ਪਾਇਆ ਭਾਈ ਸਬੇਗ ਸਿੰਘ ਸੀ ਉਹਨੂੰ ਸਪੈਸ਼ਲ ਕੱਢਿਆ ਗਿਆ। ਜ਼ਕਰੀਆ ਖਾਨ ਨੇ ਉਹ ਜੇਲ੍ਹ ਵਿੱਚ ਪਏ ਸਬੇਗ ਸਿੰਘ, ਭਾਈ ਸਬੇਗ ਸਿੰਘ ਨੂੰ ਕੱਢਿਆ ਬਾਹਰ ਇੱਕ ਵਾਰ, ਫਿਰ ਆਪਣੀ ਕਚਹਿਰੀ ਵਿੱਚ ਬੜੇ ਸਤਿਕਾਰ ਮਾਣ ਨਾਲ ਪੇਸ਼ ਕੀਤਾ ਗਿਆ। ਭਾਈ ਸਬੇਗ ਸਿੰਘ ਦਾ ਰੱਬ ਦਾ ਵਾਸਤਾ ਉੱਥੇ ਗੱਲ ਆਈ, ਅੱਖਰ ਚੇਤੇ ਰੱਖਿਓ। ਭਾਈ ਸਬੇਗ ਸਿੰਘ ਦੇ ਅੱਗੇ ਇਹ ਜ਼ਕਰੀਆ ਖਾਨ ਕਹਿਣ ਲੱਗਾ ਤੇਰੇ ਗੁਰੂ ਦਾ ਵਾਸਤਾ ਹੀ ਓ, ਮੈਨੂੰ ਬਚਾ ਲਾ, ਮੈਂ ਬੜੇ ਜ਼ੁਲਮ ਕੀਤੇ ਨੇ ਤੁਹਾਡੇ ਤੇ, ਮੈਂ ਤਾਰੂ ਸਿੰਘ ਦੇ ਉੱਤੇ ਬੜੇ ਜ਼ੁਲਮ ਕੀਤੇ ਨੇ, ਤੇਰੇ ਹੱਥ ਡੋਰ ਹੈ ਮੇਰੀ ਜ਼ਿੰਦਗੀ ਦੀ, ਜਾ ਮੈਨੂੰ ਬਚਾ ਲਾ। ਤੇ ਵੇਖੋ ਭਾਈ ਸਬੇਗ ਸਿੰਘ ਦੀ ਦਿਆਨਤਾਰੀ, ਆਪਣੇ ਆਪ ਨੂੰ ਵੀ ਚਰਖੀਆਂ ਤੇ ਚੜਾ ਕੇ ਤੁੰਬੇ ਉਡਾਏ ਨੇ ਇਸੇ ਜ਼ਕਰੀਆ ਦੇ ਹੁਕਮ ਨਾਲ। ਪਰ ਫਿਰ ਭਾਈ ਇਸ ਜ਼ਕਰੀਆ ਖਾਨ ਦੀ ਬੇਨਤੀ ਸੁਣ ਕੇ ਭਾਈ ਸਬੇਗ ਸਿੰਘ ਫਿਰ ਦਰਬ ਗਏ। ਫਿਰ ਬੜੀ ਪਿਆਰ ਨਾਲ, ਬੜੀ ਨਿਮਰਤਾ ਨਾਲ ਭਾਈ ਤਾਰੂ ਸਿੰਘ ਸਾਹਿਬ ਦੇ ਕੋਲ ਗਏ ਜਿੱਥੇ ਬੈਠੇ ਸਨ, ਖੋਪਰ ਲਵਾ ਕੇ ਕਹਿਣ ਲੱਗੇ ਭਾਈ ਤਾਰੂ ਸਿੰਘ ਜੀ ਕਿਰਪਾ ਕਰੋ, ਜ਼ਕਰੀਆ ਖਾਨ ਨੂੰ ਬਖਸ਼ ਦਿਓ। ਭਾਈ ਤਾਰੂ ਸਿੰਘ ਸਾਹਿਬ ਜੀ ਦੀਆਂ ਅੱਖਾਂ 'ਚ ਖੂਨ ਦੇ ਡੌਲੇ ਆ ਗਏ। ਸਬੇਗ ਸਿੰਘਾ ਤੂੰ ਕਹਿਣ ਕੀ ਰਿਹਾ, ਤੈਨੂੰ ਪਤਾ ਤੂੰ ਹੋਸ਼ ਵਿੱਚ ਹੈ, ਕੀ ਕਹਿ ਰਿਹਾ, ਕਿਹਦੇ ਬਾਰੇ ਕਹਿ ਰਿਹਾ, ਬਖਸ਼ ਦਿਓ। ਭਾਈ ਸਬੇਗ ਸਿੰਘ ਨੇ ਜਦੋਂ ਭਾਈ ਤਾਰੂ ਸਿੰਘ ਸਾਹਿਬ ਦੀਆਂ ਬੀਰਸੀ ਗੱਲਾਂ ਸੁਣੀਆਂ ਕਹਿਣ ਲੱਗੇ ਭਾਈ ਤਾਰੂ ਸਿੰਘ ਗੁੱਸਾ ਮੈਨੂੰ ਵੀ ਇਦਾਂ ਹੀ ਆਇਆ ਸੀ, ਪਰ ਜਿਹੜੀ ਗੱਲ ਮੈਨੂੰ ਜ਼ਕਰੀਆ ਖਾਨ ਨੇ ਕਹਿ ਦਿੱਤੀ ਹੈ ਮੇਰੀ ਬੇਵਾ ਹੋ ਗਈ ਹੈ। ਉੱਥੇ ਕੀ ਕਹਿ ਦਿੱਤਾ ਹੀ ਉਹਨੂੰ ਤੈਨੇ, ਕਹਿਣ ਲੱਗਾ ਉੱਥੇ ਉਹਨੇ ਕਿਹਾ ਤੇਰੇ ਗੁਰੂ ਦਾ ਵਾਸਤਾ ਹੀ ਉਹ ਮੈਨੂੰ ਬਖਸ਼ ਦਿਓ। ਜਦੋਂ ਗੁਰੂ ਦਾ ਵਾਸਤਾ ਪਾ ਕੇ ਬਖਸ਼ਣ ਵਾਸਤੇ ਕਿਹਾ ਗਿਆ ਮੇਰੇ ਕੋਲੋਂ ਨਹੀਂ ਕੋਈ ਉਹਨੂੰ ਜਵਾਬ ਆਇਆ। ਭਾਈ ਤਾਰੂ ਸਿੰਘ ਕਹਿਣ ਲੱਗੇ ਪਰ ਨਹੀਂ, ਮੇਰੇ ਕੋਲ ਇਸ ਗੱਲ ਦੇ ਉੱਤੇ ਵੀ ਕੋਈ ਵਾਹ ਨਹੀਂ, ਮੈਨੂੰ ਨਾ ਪਾ ਦੀ ਹੁਣ ਉਹ ਗੁਰੂ ਦਾ ਵਾਸਤਾ ਵੀ ਗੁਰੂ ਦੇ ਵਾਸਤੇ ਬਖਸ਼ ਦੇ। ਜੇ ਇਹਨੂੰ ਬਖਸ਼ਵਾਉਣਾ ਜਾਂ ਖਾਲਸੇ ਪੰਚਾਇਤ ਦੀ ਪੰਚਾਇਤ ਵਿੱਚ ਜਾ ਕੇ ਹਾਜ਼ਰ ਹੋ। ਉਸ ਵੇਲੇ ਖਾਲਸੇ ਪੰਚਾਇਤ ਦੀ ਪੰਚਾਇਤ ਵਿੱਚ ਹਾਜ਼ਰ ਹੋਏ ਭਾਈ ਸਬੇਗ ਸਿੰਘ ਇਹ ਸਿਫਾਰਿਸ਼ ਲੈ ਕੇ ਜ਼ਕਰੀਆ ਖਾਨ ਦੀ, ਤੇ ਉੱਥੇ ਵੀ ਸਾਡੇ ਵਰਗੇ ਤੱਤੇ ਦਿਮਾਗੀ ਥੋੜੇ ਹੈ ਸਨ, ਉੱਥੇ ਵੀ ਲੋਹੇ ਲਾਖੇ ਹੋ ਗਏ, ਨਹੀਂ ਹੋ ਸਕਦਾ, ਇਹ ਕਦੇ ਵੀ ਨਹੀਂ ਹੋ ਸਕਦਾ। ਜ਼ਕਰੀਆ ਖਾਨ ਨੇ ਬੜੇ ਜ਼ੁਲਮ ਕੀਤੇ ਨੇ, ਸਾਡੇ ਸਿਰਾਂ ਦੇ ਮੁੱਲ ਪਾਏ ਨੇ, ਸਾਡੀਆਂ ਧੀਆਂ ਤੇ ਭੈਣਾਂ ਦੇ ਸਿਰਾਂ ਨੂੰ ਉਹਨਾਂ ਨੇ ਮਨੁੱਖ ਦੇ ਸਿਰ, ਸਿੱਖ ਦੇ ਸਿਰ ਸਮਝ ਕਰਕੇ ਪੈਸੇ ਲੁੱਟੇ ਨੇ ਲੋਕਾਂ ਨੇ। ਇਸ ਜ਼ੁਲਮ ਕਰਨ ਵਾਲੇ, ਜ਼ੁਲਮ ਦੀ ਇੰਤਹਾ ਕਰਨ ਵਾਲੇ ਜ਼ਕਰੀਆ ਖਾਨ ਨੂੰ ਨਹੀਂ ਬਖਸ਼ਿਆ ਜਾ ਸਕਦਾ। ਕੁਝ ਠੰਡੇ ਦਿਮਾਗ ਵਾਲੇ ਸਿੱਖਾਂ ਨੇ ਫਿਰ ਮਤਾ ਕੀਤਾ ਔਰ ਗਰਮ ਦਲੀਆ ਨੂੰ ਮੈਂ ਆਪਣੇ ਵਿੱਚ ਬਿਠਾ ਕਰਕੇ ਸਮਝਾਇਆ, ਕਹਿਣ ਲੱਗੇ ਸੱਜਣੋ ਗੁਰੂ ਦਾ ਵਾਸਤਾ ਪਾ ਕੇ ਅਰਦਾਸ ਆਈ ਹੈ, ਗੁਰੂ ਦਾ ਵਾਸਤਾ ਪਾ ਕੇ, ਜੇ ਗੁਰੂ ਦਾ ਵਾਸਤਾ ਪਾ ਕੇ ਆਈਏ ਅਰਦਾਸ ਤੇ ਸਾਨੂੰ ਕਰਨੀ ਪੈਣੀ ਹੈ, ਸਿੱਖ ਧਰਮ ਦਾ ਅਸੂਲ ਹੈ।
अरदास करनी पैनी है, पर उस अरदास के अखर की होणगे आपां तय करना है। असीं पंचायत विच 5 ਸਿੰਘਾਂ ने बह के फैसला करना है कि उस अरदास के अखर की होणगे। ते सच जाने उस वेले साडी पंचायत के अरदास के अखर जिहड़े तवारीख ते लिखे हुए ने, वो लिखे हुए ने अरदास हुई है, कड़ा प्रसाद की देग चढ़ी है, क्योंकि उस वेले जकरिया खान ने 500 मोर खालसे की भेटा ते 101 मोर कड़ा प्रसादी देग वास्ते भेजे सी भाई नवाब कपूर सिंह दे। सो इस तरह भाई सवेग सिंह दे राही उस माया की देग चढ़ी, कड़ा प्रसाद की देग बनी, अरदास हुई, साडी पंथक पंचायत ने अखर स्वीकार किए, प्रवान किए, फैसला किया, दाता जी ताडे सिंह सिख कौम के महान परोपकारी सेवादार सिंह भाई तारू सिंह ने जकरिया खान को अपनी जुत्ती अगे ला के लैके जाने का वचन किया। दाता जी निभाओ, पूरा निभाओ, सिख का वचन झूठा नहीं होना चाहिए। पर जिन्हें जुल्म किया उन्हें गुरु का वास्ता पा के कहा, मेरे दुख तो मैनू राहत प्राप्त होवे। सतगुरु जी जिमें गुरु के सिख ने वचन किए ने, मैं अपने जोड़े अगे ला के खड़ना इनू दरगाह नू। दाता जी जे इस दुख की निवृत्ति हो सकती है तो केवल भाई तारू सिंह साहब के चरणों का जोड़ा इस जकरिया खान के सिर च वजे तो फिर इन दुख तो राहत मिलनी चाहिए है। उस वेले साडी पंचायती अरदास ये अखर बोले गए भी जावे ये जरूर उस तरह ही भाई तारू सिंह साहब की जुत्ती अगे लग के जाना चाहिए, क्योंकि सिख के वजन होए ने झूठे नहीं होने चाहिए। पर दाता जी जे दुनिया का सुख चाहता है, दुनिया की अपनी तकलीफ तो कुछ राहत चाहता है, तो इनू तकलीफ की राहत भी तां मिले जे दे सिर दे विच भाई तारू सिंह के चरणों का जोड़ा वजे। जदों ये जा करके भाई सवेग सिंह ने वापस जकरिया खान नूं दस्सिया, उन्हें हाड़े कड्डे, कहते एक मिनट ना ला, खिन ला, जा भज के जिथे भी भाई तारू सिंह बैठे उहदे जो चरणों का जोड़ा पूरे सत्कार सान सन्मान मान शाही कपड़े में लपेट के लैके आ। ते भाई तारू सिंह साहब के चरणों का जोड़ा इस जकरिया खान की कचहरी में जाता है। तो जिमें जिमें हौली हौली नौकर है ना जिन्हें मारना है, वो हौली हौली सिर च पटोकियां जियां मारदा है, जिमें जिमें वो भाई तारू सिंह साहब का जोड़ा ये सिर च वजदा है, तिवें तिवें ये पेट की दर्द शांत हुंदी है। ते अपने कचहरी में उस नौकर का हाथ फड़ फड़ के उच्ची उच्ची रौला पा पा करके कहता जोर दी मार, वो जोर दी मार, जिन्नी जोर दी जोड़ा मेरे सिर च वजदा है उन्ना मैनू सुख महसूस हुंदा है। ते सच जाने ये पेट की दर्द घटी ते नाल ये पेशाब का पिया बन खुलिया, इनू पेशाब आ जाता है। जदों जोड़ा वजनों हट जाता है किसी वेले फिर पेट की दर्द होनी आरंभ हो जाती है। इस तरह साडे इतिहास की तवारीख ये कहती है कि 22 दिन भाई तारू सिंह साहब के चरणों के इस जोड़े की मार खांदा जकरिया खान भाई सवेग सिंह के कीते बचन जिदन कीते सी उस दिन तो जिदन 31वां दिन होया ये जकरिया खान दुनिया तो अपने पापां की कीते हुए जुल्मां दी उस महान पाप का फल भोगन वास्ते नरकां दे तत्ते कड़ाहियां च तलन वास्ते आत्मा करके चलिया गया। जदों ये खबर भाई तारू सिंह साहब जी नूं मिली है तो उस वेले भाई तारू सिंह साहब सच्चे पातशाह ने चौंकड़े विच बह के साडा इतिहास कहता है कि एक शांत मन होकर के श्री जपजी साहब का संपूर्ण पाठ किया है। संपूर्ण पाठ करके आप ही गुप्त रूप दे विच परमात्मा के चरणों च अरदास की है, अपने शरीर नूं शांत किया है, शहीद हो गए हैं। यह है साडी तवारीख, यह है साडा इतिहास, यह है साडे इतिहास का सिख धर्म की परपक्ता का जज्बा। गुरु के सिखो असीं डोल गए, असीं अपने इन्हां जज्बिਆਂ नूं छड्ड बैठे, असीं अपने अकीदे तो अपने निशाने तो डोल गए। कोई दुनिया के लोभ विच डोल गया, दुनिया के लालच विच डोल गया, कोई मैं मेरी दे विच डोल गया, ते खिमा करना कोई दुनिया की फैशन परस्ती विच डोल करके सिख धर्म छड्ड बैठे, सिख धर्म छड्ड बैठे, सिख धर्म के असूल छड्ड बैठे, सिख धर्म के मान महान उच्ची सुची रहत बहत केसां की रहत बहत की परपक्ता साडियां धीआं ते साडियां बच्चियां फैशन विच पै करके इन्हां केसां की रहत बहत नूं गवा रहीआं ने। सच्ची जाणिओ खिमा करना परिवारां वाले आ बच्चियां वाले आ, जे असीं चाहुंदे आ कि साडे तो अगे फिर भाई तारू सिंह वाले वर्गे साडी कौम विच पैदा होण, जे असीं चाहुंदे आ कि भाई मनी सिंह वर्गे साडी कौम विच अगे आउण वाली जनरेशन पैदा होवे ते साडियां बच्चियां नूं साडियां धीआं नूं धर्म विच परपक्क होना पैना है, फिर वो पैदा होणगे। नहीं तो इहो जे जज्बे वाले इहो जे परपक्क इहो जे पूर्ण गुरसिख धर्म तो डिगियां होईयां धीआं दीआं कुखां विच नहीं जे आउणे।
ਧਰਮ ਤੋਂ ਡਿੱਗੀਆਂ ਹੋਈਆਂ ਧੀਆਂ ਦੇ ਕੁੱਖਾਂ 'ਚ ਨਹੀਂ ਜਿਉਣੇ। ਵਾਸਤਾ ਹੈ ਗੁਰੂ ਦਾ ਸਾਰੀਆਂ ਭੈਣਾਂ, ਮਾਤਾਵਾਂ, ਬਜ਼ੁਰਗਾਂ, ਸਾਰੇ ਗੁਰਸਿੱਖ ਸੰਗਤਾਂ ਨੂੰ ਗੁਰੂ ਕੇ ਇਹਨਾਂ ਸਿੱਖਾਂ ਦਾ, ਗੁਰੂ ਕੇ ਉਹਨਾਂ ਮਹਾਨ ਸ਼ਹੀਦਾਂ ਦਾ ਜਦੋਂ ਇਤਿਹਾਸ ਪੜ੍ਹਦੇ ਆ, ਇਹ ਇਤਿਹਾਸ ਇਸੇ ਕਰਕੇ ਪੜ੍ਹਿਆ, ਸੁਣਿਆ, ਬੋਲਿਆ, ਬੁਲਾਇਆ ਜਾਂਦਾ ਹੈ ਕਿ ਉਹਨਾਂ ਇਤਿਹਾਸ ਦੇ ਪੰਨਿਆਂ ਵਿੱਚੋਂ ਸਾਡੇ ਸਿੱਖਣ ਵਾਸਤੇ ਕੀ ਹੈ, ਸਾਨੂੰ ਗੁਰਮਤ ਕੀ ਕਹਿੰਦੀ ਏ, ਅਸੀਂ ਕਿਹੜੇ ਰਾਹ ਤੇ ਜਾ ਕਰਕੇ ਜਿਉਣਾ ਹੈ, ਕਿਹੜੀ ਸਿੱਖੀ ਵਿੱਚ ਜਿਉਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ। ਉਹਨਾਂ ਮਹਾਨ ਸ਼ਹੀਦਾਂ ਦਾ ਅਸੀਂ ਹਰ ਸਾਲ ਜੋੜ ਮੇਲਾ ਮਨਾਉਂਦੇ ਆ ਤੇ ਆਮ ਤੌਰ ਤੇ ਕਈ ਵਾਰੀ ਮੀਡੀਆ 'ਚ ਪਾਇਆ ਹੁੰਦਾ ਕਿ ਹੱਦ ਹੋ ਗਈ, ਹਰ ਮਹੀਨੇ ਤੁਸੀਂ ਮੱਸਿਆ ਮਨਾਉਂਦੇ ਹੋ, ਇੰਨੇ ਸਾਲ ਹੋ ਗਏ ਕਦੇ ਮੰਨੀ ਨਹੀਂ, ਅਜੇ ਤੱਕ ਮੱਸਿਆ ਮੰਨੀ ਨਹੀਂ, ਅਜੇ ਤੱਕ ਸੰਗਰਾਂਦ ਮੰਨੀ ਨਹੀਂ। ਤੇ ਮੈਂ ਇਹ ਗੱਲ ਕਹਿਣ ਵਿੱਚ ਕੋਈ ਦੁੱਖ ਨਹੀਂ ਸਮਝਦਾ ਵੀ ਜਿੱਦਣ ਤੁਹਾਡੇ ਵਿੱਚੋਂ ਮੇਰੇ ਵੱਲੋਂ ਇਹ ਬੋਲੇ ਹੋਏ ਬੋਲ, ਇਹ ਨਾ ਸਮਝਿਓ ਵੀ ਮੈਂ ਇਹਨਾਂ ਬੋਲਾਂ 'ਚ ਪ੍ਰਪਾਕਿਆ, ਮੈਂ ਡਾਵਾਂ ਡੋਲਾਂ, ਮੈਂ ਤਿਲਕ ਸਕਦਾ ਆ, ਹੋ ਸਕਦਾ ਮੈਂ ਇਹਨਾਂ ਬੋਲਾਂ 'ਚ ਨਾ ਪੱਕਾ ਹੋਵਾਂ, ਪਰ ਜਿੱਦਣ ਤੁਹਾਡੇ ਵਿੱਚੋਂ ਕਿਤੇ ਦੋ ਵੀ ਇਹਨਾਂ ਬੋਲਾਂ 'ਚ ਪੱਕੇ ਹੋ ਗਏ ਨਾ, ਉਦੋਂ ਮੈਂ ਮੰਨਾਂਗਾ ਕਿ ਅੱਜ ਦਾ ਇਹ ਭਾਈ ਤਾਰੂ ਸਿੰਘ ਸਾਹਿਬ ਦਾ ਮਨਾਇਆ ਹੋਇਆ ਸ਼ਹੀਦੀ ਦਿਨ ਮੰਨ ਗਿਆ, ਉਦੋਂ ਮੰਨਾਂਗੇ ਵੀ ਮੰਨ ਗਿਆ ਆ ਸ਼ਹੀਦੀ ਦਿਹਾੜਾ। ਇਸ ਕਰਕੇ ਅਸੀਂ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਮਨਾਉਣਾ ਆ, ਆਪਣੇ ਜੀਵਨ ਵਿੱਚ ਮਨਾਉਣਾ ਆ, ਆਪਣੇ ਜੀਵਨ ਵਿੱਚ ਉਹਨਾਂ ਗੁਰੂ ਕੇ ਸਿੱਖਾਂ ਦਾ ਮਹਾਨ ਉੱਚਾ ਸੁੱਚਾ ਕਿਰਦਾਰ ਲੈ ਕੇ ਆਉਣਾ ਵਾ। ਉਹ ਗੁਰਮਤਿ ਵਾਸਤੇ ਇਹਨੇ ਦ੍ਰਿੜ ਸਨ, ਆਪਣੇ ਜਿਸਮ ਦੇ ਤੂੰਬੇ ਉਡਾ ਕਰਕੇ, ਖੂਨ ਦਾ ਕਤਰਾ ਕਤਰਾ ਵਹਾ ਕੇ ਉਹਨਾਂ ਨੇ ਸਿੱਖ ਧਰਮ ਦੀ ਰਹਿਤ ਬਹਿਤ ਨਹੀਂ ਛੱਡੀ। ਅਸੀਂ ਉਹਨਾਂ ਦੇ ਵਾਰਸ ਹਾਂ, ਅਸੀਂ ਉਹਨਾਂ ਦੇ ਵਾਰਸ ਹਾਂ। ਸਾਨੂੰ ਕਿਹੜੀ ਦੁਨੀਆ ਦੀ ਫੈਸ਼ਨ ਪ੍ਰਸਤੀ ਨੇ ਅੱਜ ਦੇਖ ਲਿਆ ਵੀ ਅਸੀਂ ਚੰਗੇ ਭਲੇ ਜਿਉਂਦੇ, ਸੁੱਖਾਂ 'ਚ ਰਹਿੰਦੇ, ਏਸੀਆਂ 'ਚ ਰਹਿੰਦੇ, ਹੀਟਾਂ 'ਚ ਰਹਿੰਦੇ, ਗਰਮ ਪਾਣੀਆਂ ਤੇ ਠੰਡਿਆਂ ਪਾਣੀਆਂ ਨਾਲ ਨਹਾਉਂਦੇ, ਸਾਨੂੰ ਫਿਰ ਵੀ ਸਿੱਖੀ ਰੱਖਣੀ ਨਹੀਂ ਆ ਰਹੀ, ਅਸੀਂ ਸਿੱਖੀ ਦੇ ਫਿਰ ਵੀ ਅਸੂਲਾਂ 'ਚ ਨਹੀਂ ਪੂਰੇ ਉਤਰ ਰਹੇ। ਕਿੱਥੋਂ ਡੋਲ ਗਏ ਆ, ਕਿੱਥੋਂ ਥਿੜਕ ਗਏ ਆ ਇਸ ਗੁਰਮਤਿ ਦੇ ਰਾਹ ਵਿੱਚੋਂ। ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਲੱਭਣ ਦਾ ਯਤਨ ਕਰੀਏ, ਲੱਭਣ ਦਾ ਯਤਨ ਕਰੀਏ। ਸਾਡੇ ਸਾਰਿਆਂ ਵਾਸਤੇ ਆ, ਇਹ ਨਾ ਕਹਿਣਾ ਵੀ ਮੈਂ ਤੁਹਾਡੇ ਤੋਂ ਕਿਤੇ ਵੱਖਰਾ ਵਾਂ, ਸਾਨੂੰ ਸਾਰਿਆਂ ਨੂੰ ਇਹ ਗੁਰਮਤਿ ਦੀ ਸਿੱਖਿਆ ਆ। ਅਸੀਂ ਲੱਭੀਏ ਵੀ ਕਿੱਥੋਂ ਡਿੱਗੇ ਆ, ਫਿਰ ਆਪਣੇ ਆਪ ਦੇ ਇਸ ਗੁਰੂ ਦਰਸੇ ਹੋਏ ਗੁਰਮੁਖ ਗਾਡੀ ਰਾਹੋ ਚਲੰਦਾ ਦੇ ਮਾਰਗ ਵਿੱਚ ਦ੍ਰਿੜ ਹੋਈਏ, ਪੱਕੇ ਹੋਈਏ, ਬਾਣੀ ਬਾਣੇ ਦੇ ਪ੍ਰਪੱਕ ਹੋਈਏ, ਗੁਰਮਤਿ ਦੇ ਧਾਰਨੀ ਹੋਈਏ, ਖੰਡੇ ਬਾਟੇ ਦੇ ਅੰਮ੍ਰਿਤ ਨੂੰ ਧਾਰਨ ਕਰਕੇ ਪ੍ਰਾਪਤ ਕਰਕੇ ਗੁਰੂ ਕੇ ਪੁੱਤ ਪੁੱਤਰੀਆਂ, ਸਿੰਘ ਸਿੰਘਣੀਆਂ ਸੱਜ ਕੇ ਗੁਰੂ ਕੀਆਂ ਅਸੀਸਾਂ ਪ੍ਰਾਪਤ ਕਰੀਏ। ਤਾਈਓ ਉਹਨਾਂ ਸ਼ਹੀਦਾਂ ਦੇ ਮਨਾਏ ਹੋਏ ਦਿਹਾੜੇ ਪ੍ਰਵਾਨ ਹੋਣਗੇ।